सत श्री अकाल दोस्तों, स्वागत है ਤੁਹਾਡਾ ਆਪਣੇ ਚੈਨਲ ਸਟਾਰ ਆਨਲਾਈਨ ਸਟੱਡੀ ਵਿੱਚ। ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਭਾਸ਼ਾ ਦੀਆਂ ਸਿੱਖਣ ਦੀਆਂ ਵਿਧੀਆਂ, ਅਧਿਆਪਨ ਕੌਸ਼ਲ ਦੀਆਂ ਵਿਧੀਆਂ। ਇਸ ਤੋਂ ਪਹਿਲਾਂ ਆਪਣੀਆਂ ਕਈ ਵਿਧੀਆਂ ਹੋ ਚੁੱਕੀਆਂ ਨੇ। ਜੇਕਰ ਤੁਸੀਂ ਉਹ ਵਿਧੀਆਂ ਨਹੀਂ ਦੇਖੀਆਂ, ਉਹ ਵੀਡੀਓਜ਼ ਨਹੀਂ ਦੇਖੀਆਂ, ਤਾਂ ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ। ਤੇ ਜੇਕਰ ਤੁਹਾਨੂੰ ਆ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਤੇ ਆਪਣੇ ਸਾਥੀ ਦੋਸਤਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਤਾਂ ਜੀ ਅੱਜ ਦਾ ਆਪਣਾ ਟੌਪਿਕ ਰਹੂਗਾ ਜੀ ਕੌਸ਼ਲ ਦੇ ਵਿੱਚ ਰਹੂਗਾ ਜੀ ਪੜ੍ਹਨਾ ਮਤਲਬ ਵਾਚਨ ਕਰਨਾ। ਉਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਡਿਸਕਸ਼ਨ ਕਰਾਂਗੇ ਵੀ ਕਿਸ ਤਰੀਕੇ ਨਾਲ ਪੜ੍ਹਨਾ ਹੈ ਤੇ ਕੀ ਇਹਦੀਆਂ ਵਿਧੀਆਂ ਹੁੰਦੀਆਂ, ਕੀ ਇਹਦੇ ਰੂਲ, ਕੀ ਇਹਦੇ ਨੇਮ ਹੁੰਦੇ ਨੇ। ਤਾਂ ਜੀ ਆਪਾਂ ਗੱਲ ਕਰਾਂਗੇ ਜੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਹੈਗੀ ਵੀ ਸਿੱਖਿਆ ਪੜ੍ਹਨ ਜਾਂ ਵਾਚਨ ਕੌਸ਼ਲ ਦਾ ਬੜਾ ਮਹੱਤਵ ਹੈ। ਵੀ ਹਰੇਕ ਭਾਸ਼ਾ ਦੇ ਵਿੱਚ ਪੜ੍ਹਨ ਦਾ ਬੜਾ ਮਹੱਤਵ ਹੁੰਦਾ ਹੈ। ਅਤੇ ਇਸ ਦੇ ਵਿੱਚ ਹੀ ਕੌਸ਼ਲਾਂ ਦੇ ਦੁਆਰਾ ਹੀ ਬੱਚੇ ਨੂੰ ਲਿਪੀਬੱਧ ਸਮੱਗਰੀ ਨੂੰ ਪੜ੍ਹਾ ਕੇ ਵਿਚਾਰ ਪ੍ਰਭਾਵ ਗ੍ਰਹਿਣ ਕਰਨ ਦੇ ਲਈ ਸਮਰੱਥ ਬਣਾਇਆ ਜਾਂਦਾ ਹੈ। ਵੀ ਬੱਚੇ ਨੂੰ ਲਿਪੀ ਦਾ ਗਿਆਨ ਕਰਾਇਆ ਜਾਂਦਾ, ਉਹਨੂੰ ਲਿਪੀਬੱਧ ਸਮੱਗਰੀ ਦਿੱਤੀ ਜਾਂਦੀ ਹੈ, ਉਹਦੇ ਵਿਚਾਰਾਂ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਇਸ ਤਰੀਕੇ ਨਾਲ ਸਮਰੱਥ ਬਣਾਇਆ ਜਾਂਦਾ ਹੈ ਵੀ ਉਹ ਪੜ੍ਹ ਸਕਣ। ਅਤੇ ਇਹਦੇ ਵਿੱਚ ਹੈ ਜੀ ਲਿਖਤੀ ਸਮੱਗਰੀ ਨੂੰ ਮਨ ਹੀ ਮਨ ਵਿੱਚ ਪੜ੍ਹਨ ਨੂੰ ਮੌਨ ਕਿਹਾ ਜਾਂਦਾ ਹੈ। ਵੀ ਮਨ ਹੀ ਮਨ ਵਿੱਚ ਪੜ੍ਹਨ ਨੂੰ ਕੀ ਕਿਹਾ ਜਾਂਦਾ, ਉਹਨੂੰ ਕਹਿੰਦੇ ਆ ਜੀ ਮੌਨ ਵਾਚਨ ਕਹਿੰਦੇ ਆ ਜੀ। ਜਿੱਦਾਂ ਗੱਲ ਕਰੀਏ ਵੀ ਕੋਈ ਸਮੱਗਰੀ ਜਿਹੜੀ ਲਿਖਤੀ ਰੂਪ ਵਿੱਚ ਦੇਤੀ ਅਤੇ ਉਹਨੂੰ ਬਿਨਾਂ ਬੋਲੇ ਪੜ੍ਹੇ ਯਾਨੀ ਮਨ ਦੇ ਵਿੱਚ ਪੜ੍ਹੇ ਤਾਂ ਉਹਨੂੰ ਬੋਲਦੇ ਆ ਜੀ ਮੌਨ ਵਾਚਨ। ਉਹ ਹੁੰਦਾ ਜੀ ਆਪਣਾ ਮੌਨ ਵਾਚਨ, ਉਹਨੂੰ ਕਹਿੰਦੇ ਆ ਮੌਨ ਵਾਚਨ ਕਹਿੰਦੇ ਆ ਜੀ। ਹੁਣ ਆਪਾਂ ਗੱਲ ਕਰਾਂਗੇ ਜਦ ਕਿ ਲਿਪੀ ਨੂੰ ਦੇਖ ਕੇ ਪੜ੍ਹਨ ਲੈਣ ਦਾ ਹੀ ਵਾਚਨ ਨਹੀਂ ਹੁੰਦਾ, ਵੀ ਦੇਖ ਕੇ ਪੜ੍ਹਨ ਨਾਲ ਵੀ ਕੁਛ ਨਹੀਂ ਹੁੰਦਾ ਜੀ। ਪੜ੍ਹਨ ਦੇ ਨਾਲ ਵਾਚਨ ਵੀ ਉਦੋਂ ਹੁੰਦਾ ਹੈ ਜਦੋਂ ਲਿਪੀ ਦੇ ਪੜ੍ਹਨ ਦੇ ਨਾਲ ਜੋ ਅਵਸਥਾ ਦੇ ਭਾਵ ਦਾ ਬੋਧ ਹੁੰਦਾ ਹੈ। ਕਹਿਣ ਦਾ ਮਤਲਬ ਹੈ ਵੀ ਜਿੰਨੇ ਤੱਕ ਆਪਾਂ ਉਹਦਾ ਭਾਵ ਨਹੀਂ ਸਮਝਾਂਗੇ ਉਨੀ ਤੱਕ ਉਸ ਨੂੰ ਪੜ੍ਹਨ ਦਾ ਕੋਈ ਅਰਥ ਨਹੀਂ ਹੈ, ਉਹ ਅਰਥਹੀਣ ਹੀ ਹੁੰਦੀ ਹੈ। ਅਤੇ ਸਹੀ ਗੱਲ ਕਰੀਏ ਤਾਂ ਪੜ੍ਹਨ ਦੀਆਂ ਬਹੁਤ ਹੀ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦੇ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਪੜ੍ਹਨ ਦੇ ਨਾਲ ਅਸੀਂ ਆ ਕੇ ਨਹੀਂ ਪੜ੍ਹਨ ਵਾਚਨ ਕਹਿਲਾਉਂਦੇ ਹਾਂ। ਅਤੇ ਇਹ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਅਤੇ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਹਾਂ ਜੀ। ਜਿੱਦਾਂ ਕਿ ਗੱਲ ਕਰੀਏ ਵੀ ਪਹਿਲੀ ਹੈਗੀ ਜੀ ਸ਼ਬਦਾਂ ਦੀਆਂ ਧੁਨੀਆਂ ਦਾ ਗਿਆਨ ਹੋਣਾ ਚਾਹੀਦਾ ਹੈ, ਸ਼ਬਦਾਂ ਦੇ ਅਰਥਾਂ ਦਾ ਗਿਆਨ ਹੋਣਾ ਚਾਹੀਦਾ। ਵੀ ਪਹਿਲਾਂ ਤਾਂ ਗੱਲ ਹੈ ਵੀ ਧੁਨੀਆਂ ਦਾ ਗਿਆਨ ਹੋਣਾ ਚਾਹੀਦਾ, ਵੀ ਸ਼ਬਦਾਂ ਦੀ ਧੁਨੀ ਕਿਹੜੀ ਹੈਗੀ। ਵੀ ਜਿੰਨੇ ਤੱਕ ਧੁਨੀਆਂ ਦਾ ਗਿਆਨ ਨਹੀਂ ਹੋਊਗਾ ਉਨੇ ਦੇਰ ਪੜ੍ਹ ਨਹੀਂ ਸਕਦਾ। ਉਦੋਂ ਬਾਅਦ ਜੇ ਗੱਲ ਕਰੀਏ ਵੀ ਅਰਥਾਂ ਦਾ ਗਿਆਨ ਵੀ ਹੋਣਾ ਚਾਹੀਦਾ, ਵੀ ਜਿਹੜੀ ਤੁਸੀਂ ਧੁਨੀ ਬੋਲੋਗੇ ਉਹਦਾ ਅਰਥ ਕੀ ਨਿਕਲਦਾ ਉਹ ਵੀ ਪਤਾ ਹੋਣਾ ਚਾਹੀਦਾ। ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਦਾ ਅਤੇ ਨਿਯਮਾਂ ਦਾ ਗਿਆਨ ਹੋਣਾ ਚਾਹੀਦਾ। ਵਿਸ਼ਰਾਮ ਚਿੰਨ੍ਹ ਕਿੱਥੇ ਦੇਣੇ ਹੈ, ਕਿਵੇਂ ਦੇਣੇ ਹੈਗੇ, ਉਹਨਾਂ ਦਾ ਗਿਆਨ ਵੀ ਤੁਹਾਨੂੰ ਹੋਣਾ ਚਾਹੀਦਾ ਹੈ ਤਾਂ ਕਿ ਉਸ ਦਾ ਤੁਹਾਨੂੰ ਫਾਇਦਾ ਮਿਲ ਸਕਣ। ਜੇਕਰ ਗੱਲ ਕੀਤੀ ਜਾਂਦੀ ਹੈ ਵੀ ਇਸ ਦੇ ਵਿੱਚ ਵਾਚਨ ਦੇ ਸਮੇਂ ਅੱਖਾਂ, ਹੱਥਾਂ ਅਤੇ ਹੋਰ ਵੀ ਅੰਗਾਂ ਦੇ ਵਿੱਚ ਹਰਕਤਾਂ ਨੂੰ ਉਚਿਤ ਮਾਧਿਅਮ ਦੇ ਨਾਲ ਮਤਲਬ ਉਚਿਤ ਰੂਪ ਦੇ ਨਾਲ ਹੀ ਇਹਨਾਂ ਦਾ ਪ੍ਰਯੋਗ ਕਰਨਾ ਚਾਹੀਦਾ। ਵੀ ਕਿਸ ਤਰੀਕੇ ਨਾਲ ਕਿਤੇ ਰੁਕਣਾ, ਕਿਤੇ ਕੀ ਕਰਨਾ ਹੈ, ਅੱਖਾਂ ਕਿਸ ਤਰੀਕੇ ਨਾਲ, ਇਹ ਚੀਜ਼ਾਂ ਦੇ ਵਿੱਚ ਹੀ ਸ਼ਾਮਲ ਹੁੰਦੀਆਂ। ਅਤੇ ਇਸ ਵਾਚਨ ਦੇ ਵਿੱਚ ਹਰੇਕ ਅਵਸਥਾ ਦੇ ਵਿੱਚ ਇਸ ਕਰਕੇ ਇਕੱਲਾ ਸ਼ੁੱਧ ਅਤੇ ਸਪਸ਼ਟ ਹੋਣਾ ਚਾਹੀਦਾ। ਜਿਹੜਾ ਉਹ ਸ਼ਬਦ ਬੋਲ ਰਿਹਾ ਹੈ ਇਸ ਦੇ ਵਿੱਚ ਉਹਦਾ ਭਾਵ ਸ਼ੁੱਧ ਅਤੇ ਸਪਸ਼ਟ ਹੋਣਾ ਚਾਹੀਦਾ ਹੈਗਾ। ਐਵੇਂ ਨਹੀਂ ਹੈ ਵੀ ਉਹਦਾ ਭਾਸ਼ਾ ਦਾ ਸ਼ਬਦ ਸਮਝ ਨਾ ਆਵੇ। ਹੁਣ ਗੱਲ ਕਰਾਂਗੇ ਵੀ ਜਿਹੜੀਆਂ ਪੜ੍ਹਨ ਵਾਚਨ ਦੀਆਂ ਕਿਸਮਾਂ ਕਿਹੜੀਆਂ ਹੈਗੀਆਂ ਜਿਹੜੀਆਂ ਆਪਣੇ ਕੰਮ ਆਉਂਦੀਆਂ ਜੀ। ਉੱਚੀ ਪਾਠ ਯੋਜਨਾ ਯਾਨੀ ਲਾਊਡ ਰੀਡਿੰਗ, ਇੰਗਲਿਸ਼ 'ਚ ਲਾਊਡ ਰੀਡਿੰਗ ਬੋਲਦੇ ਹੈਗੇ। ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਹੈ ਵੀ ਮੌਨ ਪਾਠ ਨੂੰ ਸਾਇਲੈਂਟ ਰੀਡਿੰਗ ਵੀ ਬੋਲਦੇ ਨੇ। ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਸੂਖਮ ਪਾਠ ਪੜ੍ਹਨਾ ਅਤੇ ਸਤੂਲ ਪੜ੍ਹਨਾ, ਸੂਖਮ ਅਤੇ ਸਤੂਲ ਪੜ੍ਹਨਾ। ਇਹਦੇ ਵਿੱਚ ਵੀ ਇਹਨਾਂ ਦੇ ਬਾਰੇ ਵੀ ਪੜ੍ਹਨ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਅਤੇ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੇ ਵੱਖ-ਵੱਖ ਹਿੱਸਿਆਂ ਬਾਰੇ ਵੀ ਕਿਸ ਦਾ ਕੀ ਨਿਯਮ ਹੈ, ਕਿਸ ਤਰੀਕੇ ਨਾਲ ਪੜ੍ਹੀ ਜਾਂਦੀ ਅਤੇ ਕਿਉਂ ਪੜ੍ਹੀ ਜਾਂਦੀ ਹੈ। ਜਿੱਦਾਂ ਕਿ ਗੱਲ ਕਰੀਏ ਵੀ ਬੱਚਿਆਂ ਨੂੰ ਪੜ੍ਹਨ ਅਤੇ ਸਿਖਾਉਣ ਦੇ ਲਈ ਆਪਾਂ ਗੱਲ ਕਰੀਏ ਜੇ ਬੱਚਿਆਂ ਨੂੰ ਲਿਖਣ ਅਤੇ ਪੜ੍ਹਾਉਣ ਦੇ ਲਈ ਵੀ ਵਾਚਨ ਦੇ ਉਹਨਾਂ ਦੇ ਉੱਪਰ ਲਿਖੀਆਂ ਹੋਈਆਂ ਵੱਖ-ਵੱਖ ਕਿਸਮਾਂ 'ਤੇ ਕੰਮ ਕਰਦਾ ਹੈ। ਅਤੇ ਬੱਚਿਆਂ ਦੀਆਂ ਮੁੱਖ ਕਿਸਮਾਂ ਦੇ ਵਾਚਨ ਦੇ ਵਿੱਚ ਸਤੂਲ ਵਾਚਨ ਵੀ ਹਨ ਅਤੇ ਇਹਨਾਂ ਦੇ ਦੋਵਾਂ ਦੇ ਵਿੱਚ ਇਹਨਾਂ ਦੇ ਕਿਸਮਾਂ ਦੇ ਮੌਨ ਪਾਠ ਰੂਪਾਂ ਦੇ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈਗਾ। ਵੀ ਕਹਿਣ ਦਾ ਭਾਵ ਹੈ ਜੀ ਵਚਨ ਦੀਆਂ ਜਿਹੜੀਆਂ ਮੁੱਖ ਯਾਨੀ ਮੇਨ ਜਿਹੜੀਆਂ ਕਿਸਮਾਂ ਹੈ ਉਹਦੇ ਵਿੱਚ ਸੂਖਮ ਵਾਚਨ ਅਤੇ ਸਤੂਲ ਵਾਚਨ ਦਾ ਵੀ ਬਹੁਤ ਵੱਡਾ ਮਹੱਤਵ ਰਹਿੰਦਾ, ਜਿਹਦਾ ਪ੍ਰਯੋਗ ਆਪਾਂ ਮੌਨ ਪਾਠਨ ਦੇ ਵਿੱਚ ਵੀ ਕੀਤਾ, ਮੌਨ ਪਾਠ ਦੇ ਵਿੱਚ ਵੀ ਕਰਦੇ ਹਨ। ਹੁਣ ਆਪਾਂ ਗੱਲ ਕਰਾਂਗੇ ਇਸ ਦੇ ਬਾਰੇ ਵੀ ਸੂਖਮ ਪੜ੍ਹਾਈ ਦੇ ਲਈ ਕੀ ਸੂਖਮ ਪੜ੍ਹਾਈ ਦੇ ਬੱਚਿਆਂ ਦੀਆਂ ਸ਼੍ਰੇਣੀਆਂ ਦੇ ਵਿੱਚ ਲੱਗੀਆਂ ਹੋਈਆਂ ਪਾਠ ਪੁਸਤਕਾਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਅਤੇ ਪਰ
ਸੁਖਮ ਪੜ੍ਹਾਈ ਦੇ ਵਿੱਚ ਬੱਚਿਆਂ ਦੀਆਂ ਸ਼੍ਰੇਣੀਆਂ ਦੇ ਵਿੱਚ ਲੱਗੀਆਂ ਹੋਈਆਂ ਪਾਠ ਪੁਸਤਕਾਂ ਦੇ ਇਲਾਵਾ ਹੋਰ ਵੀ ਪੁਸਤਕਾਂ ਰਸਾਲਿਆਂ ਦੀ ਪੜ੍ਹਨ ਦੀ ਸਾਮਗਰੀ ਦੇ ਨਾਲ ਸੰਬੰਧਿਤ ਹੋਣੀਆਂ ਚਾਹੀਦੀਆਂ। ਵੀ ਕਹਿਣ ਦਾ ਭਾਵ ਹੈ ਜਿਹੜੀਆਂ ਉਹਨਾਂ ਦੇ ਸਕੂਲ ਦੇ ਵਿੱਚ ਕਿਤਾਬਾਂ ਲੱਗੀਆਂ ਉਹਦੇ ਨਾਲ ਵੀ ਦੂਜੀਆਂ ਬੁੱਕਾਂ ਦਾ ਵੀ ਪ੍ਰਯੋਗ ਕਰਨਾ ਚਾਹੀਦਾ, ਜਿਹਦੇ ਨਾਲ ਕਿ ਬੱਚਾ ਜ਼ਿਆਦਾ ਪੜ੍ਹ ਸਕੇ ਅਤੇ ਉਹਦੀ ਪੜ੍ਹਨ ਦੀ ਜਿਹੜੀ क्षमता ਹੈ ਉਹ ਵਧ ਸਕਣ। ਉਹ ਚੀਜ਼ਾਂ ਇਹਨਾਂ ਦੇ ਵਿੱਚ ਸਾਰੀਆਂ ਸ਼ਾਮਲ ਕੀਤੀਆਂ ਜਾਂਦੀਆਂ ਨੇ। ਹੁਣ ਗੱਲ ਕਰਾਂ ਪੜ੍ਹਨ ਵਾਚਨ ਦੀਆਂ ਸਿੱਖਿਆ ਦੀਆਂ ਵਿਧੀਆਂ ਦੇ ਬਾਰੇ ਗੱਲ ਕਰਾਂ ਵੀ ਕਿਹੜੀ ਵਿਧੀ ਹੈਗੀ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਤਾਂ ਇਹਦੇ ਵਿੱਚ ਹੈ ਜੀ ਪੜ੍ਹਨ ਵਾਚਨ ਦੀਆਂ ਸਿੱਖਿਆ ਦੀਆਂ ਵਿਧੀਆਂ ਕਹਿੰਦੇ ਸੰਸ਼ਲੇਸ਼ਣਾਤਮਕ ਵਿਧੀ ਹੈਗੀ, ਉਸ ਤੋਂ ਬਾਅਦ ਇਹ ਵਿਸ਼ਲੇਸ਼ਣਾਤਮਕ ਵਿਧੀ ਹੈ, ਅਤੇ ਉਸ ਤੋਂ ਬਾਅਦ ਭਾਸ਼ਾ ਸਿੱਖਿਆ ਯੰਤਰ ਵਿਧੀ ਅਤੇ ਨਵੀਨ ਵਿਧੀ ਵੀ ਜਿਸ ਨੂੰ ਕਿਹਾ ਜਾਂਦਾ ਨੇ। ਵੀ ਪਹਿਲਾਂ ਤਾਂ ਜੀ ਸੰਸ਼ਲੇਸ਼ਣਾਤਮਕ ਵਿਧੀ, ਇਹਦੇ ਦੋ ਭਾਗ ਨੇ ਜੀ, ਇੱਕ ਹੈ ਜੀ ਅੱਖਰਬੋਧ ਵਿਧੀ ਅਤੇ ਦੂਜਾ ਹੈ ਜੀ ਸਵਰ ਵਿਧੀ। ਹੁਣ ਹੈ ਜੀ ਵਿਸ਼ਲੇਸ਼ਣਾਤਮਕ ਵਿਧੀ ਦੇ ਤਿੰਨ ਭਾਗ ਹੈ ਜੀ, ਸ਼ਬਦ ਵਿਧੀ, ਵਾਕ ਵਿਧੀ ਅਤੇ ਕਹਾਣੀ ਵਿਧੀ। ਅਤੇ ਭਾਸ਼ਾ ਸਿੱਖਿਆ ਯੰਤਰ ਵਿਧੀ ਇਹ ਨਵੀਨ ਵਿਧੀ ਹੈ ਜੀ, ਬਿਲਕੁਲ ਨਵੀਂ ਆਈ ਹੈ, ਲੇਟੈਸਟ ਆਈ ਹੈ ਜੀ। ਤਾਂ ਕਰਕੇ ਇਹਦੇ ਬਾਰੇ ਹੁਣ ਸਾਰਿਆਂ ਦੇ ਬਾਰੇ ਅੱਡ ਪੜਾਂਗੇ। ਤਾਂ ਪਹਿਲਾਂ ਹੈ ਜੀ ਸੰਸ਼ਲੇਸ਼ਣਾਤਮਕ ਵਿਧੀ। ਸੰਸ਼ਲੇਸ਼ਣਾਤਮਕ ਵਿਧੀ ਕਿਹਨੂੰ ਕਹਿੰਦੇ ਆ? ਇਹਦਾ ਭਾਵ ਹੁੰਦਾ ਹੈਗਾ ਜੀ, ਜਿੱਦਾਂ ਗੱਲ ਕਰੀਏ ਵੀ ਇਸ ਵਿਧੀ ਦੇ ਵਿੱਚ ਪਹਿਲਾਂ ਸਵਰ ਵਿਅੰਜਨ ਅਤੇ ਬਾਅਦ ਵਿੱਚ ਸ਼ਬਦਾਂ ਦੇ ਵਾਕ ਸਿਖਾਏ ਜਾਂਦੇ ਹਨ, ਅਤੇ ਇਸ ਦੇ ਅੰਤਰਗਤ ਵਿਧੀਆਂ ਆਉਂਦੀਆਂ ਹਨ ਅੱਖਰਬੋਧ ਵਿਧੀ ਅਤੇ ਸਵਰ ਵਿਧੀ। ਜਿੱਦਾਂ ਕਿ ਗੱਲ ਕਰੀਏ ਪਹਿਲਾਂ ਉਹਨਾਂ ਨੂੰ ਸੁਰਾਂ ਬਾਰੇ ਦੱਸਿਆ ਜਾਂਦਾ ਹੈ, ਫਿਰ ਵਿਅੰਜਨਾਂ ਬਾਰੇ ਦੱਸੀ ਜਾਂਦਾ। ਜਦੋਂ ਇਹਨਾਂ ਦੇ ਬਾਰੇ ਗਿਆਨ ਹੋ ਜਾਂਦਾ ਉਦੋਂ ਬਾਅਦ ਸ਼ਬਦਾਂ ਅਤੇ ਵਾਕਾਂ ਦੇ ਬਾਰੇ ਦੱਸੀ ਜਾਂਦਾ, ਵੀ ਸਟੈਪ ਬਾਈ ਸਟੈਪ ਕੰਮ ਚੱਲਦਾ। ਇਹਨੂੰ ਸੰਸ਼ਲੇਸ਼ਣਾਤਮਕ ਵਿਧੀ ਕਹਿੰਦੇ। ਅਤੇ ਇਹਦੇ ਦੋ ਅੱਗੇ ਹੋਰ ਸਭ ਪਾਰਟ ਨੇ ਜੀ, ਜਿਵੇਂ ਅੱਖਰਬੋਧ ਵਿਧੀ ਅਤੇ ਸਵਰਬੋਧ ਵਿਧੀ, ਸਵਰ ਵਿਧੀ ਇਹ ਇਹਦੇ ਵਿੱਚ ਸ਼ਾਮਲ ਨੇ ਜੀ। ਹੁਣ ਜਿੱਦਾਂ ਕਿ ਗੱਲ ਕਰੀਏ ਵੀ ਅੱਖਰਬੋਧ ਵਿਧੀ ਕਿਹਨੂੰ ਕਹਿੰਦੇ ਆ, ਉਹ ਵੀ ਪੜ੍ਹ ਲੈਂਦੇ ਹਾਂ ਜੀ। ਅੱਖਰਬੋਧ ਵਿਧੀ ਦੇ ਬਾਰੇ ਆਪਾਂ ਡੈਫੀਨੇਸ਼ਨ ਦੇਖਦੇ ਹਾਂ ਵੀ ਅੱਖਰਬੋਧ ਵਿਧੀ ਕਿਹਨੂੰ ਕਹਿੰਦੇ ਆ। ਜਿੱਦਾਂ ਕਿ ਆਪਾਂ ਗੱਲ ਕਰੀਏ ਵੀ ਇਸ ਵਿਧੀ ਨੂੰ ਵਰਣਮਾਲਾ ਵਿਧੀ ਜਾਂ ਸ਼ਬਦ ਜੋੜ ਵਿਧੀ ਵੀ ਕਿਹਾ ਜਾਂਦਾ ਹੈ। ਅਤੇ ਇਸ ਵਿਧੀ ਦਾ ਸਭ ਤੋਂ ਪੁਰਾਤਨ ਵਿਧੀ ਹੈ ਵੀ ਇਹ ਸਭ ਤੋਂ ਪੁਰਾਣੀ ਵਿਧੀ ਹੈ, ਜਿਸ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਵੀ ਇਸ ਵਿਧੀ ਵਿੱਚ ਸਭ ਤੋਂ ਪਹਿਲਾਂ ਅੱਖਰ ਪੜ੍ਹਾਏ ਜਾਂਦੇ। ਵੀ ਪਹਿਲਾਂ ਅੱਖਰ ਪੜ੍ਹਾਏ ਜਾਣਗੇ ਅਤੇ ਫਿਰ ਸਵਰ ਵਿਅੰਜਨ ਅਤੇ ਫਿਰ ਮਾਤਰਾਵਾਂ ਅਤੇ ਸਾਰਥਕ ਸ਼ਬਦ ਦੱਸੇ ਜਾਂਦੇ। ਵੀ ਪਹਿਲਾਂ ਅੱਖਰ ਪੜ੍ਹਾਏ ਜਾਂਦੇ ਹੈ, ਫਿਰ ਉਸ ਤੋਂ ਬਾਅਦ ਸਵਰ ਵਿਅੰਜਨ, ਫਿਰ ਮਾਤਰਾਵਾਂ ਦੱਸੀਆਂ ਜਾਂਦੀਆਂ, ਫਿਰ ਸਾਰਥਕ ਸ਼ਬਦ ਦੱਸੇ ਜਾਂਦੇ, ਅਤੇ ਫਿਰ ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਹਰੇਕ ਅੱਖਰ ਦਾ ਸੰਬੰਧ ਉਸ ਦੀ ਧੁਨੀ ਦੇ ਨਾਲ ਜੁੜਿਆ ਜਾਂਦਾ ਹੈਗਾ। ਵੀ ਹਰੇਕ ਜਿਹੜਾ ਵੀ ਹੁੰਦਾ ਉਹਦੀ ਧੁਨੀ ਨਾਲ ਜੁੜਿਆ ਜਾਂਦਾ, ਅਤੇ ਅਨੁਕਰਨ ਦੇ ਅਭਿਆਸ ਦੇ ਦੁਆਰਾ ਹੀ ਉਸ ਨੂੰ ਯਾਦ ਕਰਵਾਇਆ ਜਾਂਦਾ ਹੈ। ਵੀ ਅਨੁਕਰਨ ਕਰਵਾ ਕੇ ਉਹਨਾਂ ਨੂੰ ਯਾਦ ਕਰਵਾਇਆ ਜਾਂਦਾ ਹੈ। ਅਤੇ ਜਿਹਦੇ ਵਿੱਚ ਕਿ ਅਧਿਆਪਕ ਪੁਸਤਕ ਤੋਂ ਪੜ੍ਹਾਉਂਦਾ ਹੈ ਅਤੇ ਬਲੈਕ ਬੋਰਡ ਦੇ ਉੱਤੇ ਉਹ ਹੀ ਹਰੇਕ ਅੱਖਰ ਨੂੰ ਲਿਖ ਕੇ ਵਿਦਿਆਰਥੀਆਂ ਨੂੰ ਉਚਾਰਨ ਕਰਵਾਉਂਦਾ ਹੈ, ਅਤੇ ਫਿਰ ਉਹ ਅੱਖਰਾਂ ਦੇ ਭਿੰਨ ਸੰਯੋਗ ਸਮਝਾਏ ਜਾਂਦੇ ਹਨ, ਅਤੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਨਿਰਥਕ ਹੁੰਦੇ ਆ, ਅਤੇ ਵੀ ਕਈ ਬਹੁਤ ਚੀਜ਼ਾਂ ਸਿਖਾਈ ਜਾਂਦੀਆਂ ਹੈਗੀਆਂ ਜਿਹੜੀਆਂ ਕਿ ਨਿਰਥਕ ਵੀ ਹੁੰਦੀਆਂ ਕਈ, ਅਤੇ ਜਿਹੜੀਆਂ ਪਾਠ ਦੇ ਵਿੱਚੋਂ ਅਧਿਆਪਕ ਪੜ੍ਹਾਉਂਦਾ ਹੈ ਉਹ ਬਲੈਕ ਬੋਰਡ 'ਤੇ ਲਿਖਦਾ ਵੀ ਹੈ, ਅਤੇ ਜਿਹਦੇ ਨਾਲ ਕਿ ਮੁਹਾਰਨੀ ਦੇ ਵਿੱਚ ਕਿਸੇ ਤਰ੍ਹਾਂ ਦੀ ਸਿਖਾਈ ਜਾਂਦੀ ਹੈ। ਇਹਨਾਂ ਦੇ ਵਿੱਚ ਸ਼ਬਦ ਸਿਖਾਏ ਜਾਂਦੇ, ਅਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਅਨੁਕਰਨ ਕਰੋ ਅਤੇ ਆਹ ਚੀਜ਼ ਸਿੱਖੋ। ਜਿੱਦਾਂ ਕਿ ਗੱਲ ਕਰੀਏ ਵੀ ਅੱਖਰਬੋਧ ਵਿਧੀ ਕਰਾਉਣ ਦੇ ਵਾਚਨ ਦਾ ਪਹਿਲਾ ਪੜਾਅ ਹੈ। ਅੱਖਰਬੋਧ ਵਿਧੀ ਕਰਾਉਣ ਦੇ ਵਿੱਚ ਵਾਚਨ ਪਹਿਲਾ ਪੜਾਅ ਹੁੰਦਾ ਹੈ, ਜਿਹਦੇ ਵਿੱਚ ਕੀ ਆਪਾਂ ਗੱਲ ਕਰਦੇ ਹਾਂ ਵੀ ਇਸ ਨੂੰ ਸਿੱਖਣ ਤੋਂ ਬਾਅਦ ਵੀ ਬੱਚਿਆਂ ਦੇ ਅਧਿਆਪਕ ਦੇ ਵੀ ਮਾਰਗਦਰਸ਼ਨ ਦੇ ਵਿੱਚ ਵੀ ਅੱਖਰਾਂ ਨੂੰ ਜੋੜ ਕੇ ਸ਼ਬਦਾਂ ਦੇ ਵਾਕ ਬਣਾਉਂਦੇ ਹਨ। ਵੀ ਜਦੋਂ ਇਹ ਚੀਜ਼ ਸਿੱਖਣ ਲੱਗ ਜਾਂਦਾ ਫਿਰ ਅਧਿਆਪਕ ਤੋਂ ਰਾਹ ਲੈ ਕੇ ਅਤੇ ਉਹ ਪਤਾ ਕੀ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਉਂਦਾ ਅਤੇ ਸ਼ਬਦਾਂ ਨੂੰ ਜੋੜ ਕੇ ਵਾਕ ਬਣਾਉਂਦਾ, ਅਤੇ ਹੌਲੀ ਇੱਦਾਂ ਕਰਕੇ ਉਹ ਸਿੱਖ ਲੈਂਦਾ। ਅਤੇ ਇਸ ਵਿਧੀ ਦਾ ਦੋਸ਼ ਇਹ ਹੈ ਕਿ ਇਹ ਵਿਧੀ ਗੈਰ ਮਨੋਵਿਗਿਆਨਕ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਹ ਗੈਰ ਮਨੋਵਿਗਿਆਨਕ ਹੈ, ਅਤੇ ਜਿਸ ਦੇ ਕਾਰਨ ਵੀ ਇਹਨੂੰ ਇੰਨੀ ਅਥੈਂਟਿਕਤਾ ਨਹੀਂ ਮਿਲਦੀ ਹੈਗੀ। ਇਸ ਤੋਂ ਬਾਅਦ ਗੱਲ ਕੀਤੀ ਹੈ ਇਹ ਬੱਚੇ ਦੇ ਸੁਭਾਵਿਕ ਵਰਤੀ ਦੇ ਉਲਟ ਹੈ, ਅਤੇ ਅੱਖਰਬੋਧ ਵਿਧੀ ਬੱਚੇ ਦੇ ਰੁਚੀ ਲੈਂਦੇ ਹੈ, ਅਤੇ ਅੱਖਰਬੋਧ ਕਰਾਉਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਵੀ ਜਦੋਂ ਬੱਚੇ ਨੂੰ ਸਿਖਾਉਂਦੇ ਹੈਗੇ ਤਾਂ ਕਾਫੀ ਸਮਾਂ ਲੱਗ ਜਾਂਦਾ, ਜਿਹਦੇ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ, ਅਤੇ ਬੱਚਾ ਉਹਨੇ ਲਿਮਿਟਡ ਮਾਤਰਾ 'ਚ ਹੀ ਸਿੱਖ ਸਕਦਾ ਹੈਗਾ, ਵੀ ਓਨਾ ਹੀ ਸਿੱਖ ਸਕਦਾ ਹੈਗਾ। ਉਸ ਤੋਂ ਬਾਅਦ ਗੱਲ ਬਿਲਕੁਲ ਉਲਟ ਹੈ ਜੀ। ਤਾਰਕਿਕ ਹੋਣ ਕਰਕੇ ਇਸ ਵਿਧੀ ਦਾ ਪ੍ਰਯੋਗ ਵਧੇਰੇ ਅਧਿਆਪਕਾਂ ਵੱਲੋਂ ਕੀਤਾ ਜਾਂਦਾ। ਤਾਰਕਿਕ ਹੈ, ਇਸ ਦੇ ਕਾਰਨ ਜ਼ਿਆਦਾਤਰ ਜਿਹੜੇ ਅਧਿਆਪਕ ਨੇ ਟੀਚਰ ਨੇ ਉਹ ਇਹਦਾ ਹੀ ਪ੍ਰਯੋਗ ਕਰਦੇ ਹਨ। ਫਿਰ ਹੈ ਜੀ ਸਵਰ ਵਿਧੀ। ਹੁਣ ਸਵਰ ਵਿਧੀ ਦੇ ਬਾਰੇ ਗੱਲ ਕਰਾਂਗੇ ਵੀ ਸਵਰ ਵਿਧੀ ਕਿਹਨੂੰ ਕਹਿੰਦੇ ਆ। ਵੀ ਇੱਦਾਂ ਗੱਲ ਕਰੀਏ ਇਸ ਵਿਧੀ ਦੇ ਉਚਾਰਨ ਵਿਧੀ ਨੂੰ ਧੁਨੀ ਵਿਧੀਆਂ ਵੀ ਕਿਹਾ ਜਾਂਦਾ ਹੈ, ਅਤੇ ਇਸ ਵਿਧੀ ਦੇ ਅੱਖਰਬੋਧ ਵਿਧੀ ਸਹਾਇਕ ਵਿਧੀ ਹੈ, ਅਤੇ ਇਸ ਵਿਧੀ ਦੇ ਇੱਕੋ ਜਿਹੇ ਉਚਾਰਨ ਵੱਲ ਕੀਤੇ ਜਾਂਦੇ ਹੈ। ਵੀ ਆਹ ਅੱਖਰਬੋਧ ਵਿਧੀ ਦੀ ਸਹਾਇਕ ਵਿਧੀ ਹੈ, ਇਹਦੇ ਵਿੱਚ ਉਚਾਰਨ ਨਾਲ ਕੀਤਾ ਸ਼ਬਦ ਇਕੱਠੇ ਸਿਖਾਏ ਜਾਂਦੇ ਆ, ਅਤੇ ਜਿਵੇਂ ਕਿ ਗੱਲ ਕੀਤੀਏ ਗਰਮ, ਨਰਮ, ਧਰਮ, ਕਰਮ, ਸ਼ਕਤੀ, ਭਗਤੀ ਆਦਿ ਜਿਹੜੀਆਂ ਜੁੜਦੇ ਮਿਲਦੇ ਸ਼ਬਦ ਹੋਣ ਉਹ ਸਿਖਾਏ ਜਾਂਦੇ ਹੈਗੇ। ਵੀ ਸਾਰੇ ਇੱਕੋ ਜਿਹੇ ਹੋਣ ਉਹ ਚੀਜ਼ ਸਵਰ ਵਿਧੀ ਦੇ ਵਿੱਚ ਸਿਖਾਈ ਜਾਂਦੀ। ਅਤੇ ਪੰਜਾਬੀ ਵਰਣਮਾਲਾ ਦੇ ਅੱਖਰਾਂ ਦੀ ਤਰਕੀਬ ਉਚਾਰਨ ਦੇ ਸਥਾਨ ਦੇ ਅਨੁਸਾਰ ਇਸ ਵਿਧੀ ਦਾ ਪੂਰਾ ਲਾਭ ਉਠਾਉਂਦਾ ਹੈ, ਅਤੇ ਇਸ ਵਿਧੀ ਦੇ ਵਿੱਚ ਧਿਆਨ ਰੱਖਿਆ ਜਾਂਦਾ ਹੈ ਕਿ ਬੱਚਾ ਛੇਤੀ ਸ਼ੁੱਧ ਅਤੇ ਲਿਖਣਾ ਅਤੇ ਪੜ੍ਹਨਾ
ਵਿੱਚ ਨਿਪੁੰਨ ਹੋ ਜਾਵੇ, ਮਤਲਬ ਐਕਸਪਰਟ ਹੋ ਜਾਵੇ। ਇਹਦੇ ਵਿੱਚ ਆਹੀ ਚੀਜ਼ਾਂ ਸਿਖਾਈਆਂ ਜਾਂਦੀਆਂ ਵੀ ਬੱਚਾ ਧਿਆਨ ਨਾਲ ਪੜ੍ਹੇ ਅਤੇ ਸ਼ੁੱਧ ਅਤੇ ਸਪਸ਼ਟ ਪੜ੍ਹੇ। ਇਹ ਚੀਜ਼ਾਂ ਇਹਨਾਂ ਦਾ ਵਿਸ਼ੇਸ਼ ਗੌਰ ਕਰਨ ਵਾਲੀਆਂ ਨੇ ਜੀ। ਹੁਣ ਜਿੱਦਾਂ ਕਿ ਆਪਾਂ ਗੱਲ ਕਰਾਂਗੇ ਵਿਸ਼ਲੇਸ਼ਣਾਤਮਕ ਵਿਧੀ ਦੇ ਬਾਰੇ ਗੱਲ ਕਰਾਂਗੇ। ਵਿਸ਼ਲੇਸ਼ਣਾਤਮਕ ਵਿਧੀ ਦੇ ਬਾਰੇ ਗੱਲ ਕਰਦੇ ਹਾਂ ਵੀ ਇਸ ਵਿਧੀ ਦੇ ਵਿੱਚ ਪਹਿਲਾਂ ਵਾਕ ਸਿਖਾਏ ਜਾਂਦੇ ਹੈ ਅਤੇ ਫਿਰ ਸ਼ਬਦਾਂ ਅਤੇ ਵਰਨ। ਅਤੇ ਇਸ ਵਿਧੀ ਦੇ ਨਾਲ ਮਨੋਵਿਗਿਆਨਿਕ ਅਤੇ ਸਿਧਾਂਤਾਂ ਦੇ ਅਨੁਰੂਪ ਅਤੇ ਸੰਸ਼ਲੇਸ਼ਣਾਤਮਕ ਵਿਧੀ ਦੇ ਬਿਲਕੁਲ ਉਲਟ ਹੁੰਦਾ ਹੈ। ਅਤੇ ਇਸ ਦੇ ਅੰਤਰਗਤ ਹੇਠ ਲਿਖੀਆਂ ਵਿਧੀਆਂ ਵੀ ਇੱਕ ਤਾਂ ਇਹਦੀ ਸੰਸ਼ਲੇਸ਼ਣਾਤਮਕ ਵਿਧੀ ਉਹਦੇ ਬਿਲਕੁਲ ਉਲਟ ਹੈ। ਅਤੇ ਇਸ ਵਿਧੀ ਦੇ ਵਿੱਚ ਪਹਿਲਾਂ ਵਾਕ ਸਿਖਾਏ ਜਾਂਦੇ, ਪਹਿਲਾਂ ਵਾਕ ਸਿਖਾਉਣਗੇ ਫਿਰ ਸ਼ਬਦ ਸਿਖਾਉਣਗੇ, ਫਿਰ ਮਤਲਬ ਵੱਡੇ ਤੋਂ ਛੋਟੇ ਵੱਲ ਜਾਣਾ ਹੈਗਾ। ਇਹਦੇ ਵਿੱਚ ਆਹ ਚੀਜ਼ ਦਾ ਧਿਆਨ ਰੱਖਿਓ ਜੀ। ਹੁਣ ਗੱਲ ਕਰਾਂਗੇ ਵੀ ਸ਼ਬਦ ਵਿਧੀ ਜਾਂ ਦੇਖੋ ਸ਼ਬਦ ਵਿਧੀ ਜਾਂ ਦੇਖੋ ਵਿਧੀ ਅਤੇ ਕਹੋ ਵਿਧੀ ਹੈ ਅਤੇ ਵਾਕ ਵਿਧੀ ਹੈ ਅਤੇ ਕਹਾਣੀ ਵਿਧੀ ਹੈਗੀ ਹੈ। ਉਹਨਾਂ ਦੇ ਬਾਰੇ ਗੱਲ ਕਰਾਂਗੇ ਵੀ ਅੱਜ ਜਿਹੜੀਆਂ ਤਿੰਨ ਇਹਦੇ ਪਾਰਟ ਨੇ ਜੀ ਉਹਦੇ ਬਾਰੇ ਗੱਲ ਕਰਾਂਗੇ। ਹੁਣ ਆਪਾਂ ਗੱਲ ਕਰਾਂਗੇ ਸ਼ਬਦ ਵਿਧੀ ਜਾਂ ਦੇਖੋ ਵਿਧੀ। ਇਸ ਦੇ ਵਿੱਚ ਕੀ ਹੁੰਦਾ, ਇਸ ਵਿਧੀ ਦੇ ਅੰਤਰਗਤ ਵਿਦਿਆਰਥੀਆਂ ਨੂੰ ਸਾਰਥਕ ਸ਼ਬਦਾਂ ਰਾਹੀਂ ਵਰਨਾਂ ਦਾ ਬੋਧ ਕਰਾਇਆ ਜਾਂਦਾ ਹੈ। ਵੀ ਪਹਿਲਾਂ ਸਾਰਥਕ ਜਿਹੜੇ ਸ਼ਬਦ ਹੈ ਉਹਨਾਂ ਦਾ ਵਰਨਾਂ ਦਾ ਬੋਧ ਕਰਾਇਆ ਜਾਂਦਾ, ਮਤਲਬ ਸਿਖਾਇਆ ਜਾਂਦਾ ਵੀ ਦੱਸਿਆ ਜਾਂਦਾ ਕਿ ਆਹ ਚੀਜ਼ ਆਹ ਅੱਖਰ ਹੁੰਦਾ ਉਸ ਤੋਂ ਦੱਸਿਆ ਜਾਂਦਾ ਹੈ। ਇਸ ਨੂੰ ਦੇਖੋ ਅਤੇ ਕਹੋ ਵਿਧੀ ਦੇ ਲਈ ਕਿਹਾ ਜਾਂਦਾ ਵੀ ਇਹਦੇ ਵਿੱਚ ਹੁੰਦਾ ਪਹਿਲਾਂ ਦੇਖਦੇ ਆ ਫਿਰ ਉਹਦਾ ਉੱਤਰ ਦਿੰਦੇ, ਤਾਂ ਇਹ ਕਰਕੇ ਇਹਨੂੰ ਦੇਖੋ ਅਤੇ ਕਹੋ ਵਿਧੀ ਕਹੇ ਜਾਂਦੇ। ਅਤੇ ਇਹ ਤੋਂ ਬਾਅਦ ਗੱਲ ਕੀਤੀ ਹੈ ਵਿਦਿਆਰਥੀਆਂ ਨੂੰ ਸ਼ਬਦਾਂ ਦੇ ਨਾਲ ਸੰਬੰਧਿਤ ਅਵਸਥਾ ਦਿਖਾਈ ਦਿੰਦੀ ਹੈ ਅਤੇ ਅਧਿਆਪਕ ਦੇ ਅਵਸਥਾ ਨੂੰ ਦਿਖਾ ਕੇ ਸ਼ਬਦ ਬਦਲਦਾ ਹੈ ਅਤੇ ਵਿਦਿਆਰਥੀਆਂ ਉਸ ਦਾ ਅਨੁਕਰਨ ਕਰਦੇ ਹੈ। ਅਧਿਆਪਕ ਦੱਸਦਾ ਹੈ ਅਤੇ ਉਸ ਤੋਂ ਬਾਅਦ ਬੱਚੇ ਜਿਹੜੇ ਉਹਦਾ ਅਨੁਕਰਨ ਕਰਦੇ ਹੈ, ਜਿਹਦੇ ਨਾਲ ਕਿ ਉਹ ਸਿੱਖਣਾ ਸ਼ੁਰੂ ਕਰ ਦਿੰਦੇ ਨੇ। ਹੁਣ ਗੱਲ ਕਰਾਂਗੇ ਵੀ ਅਨੁਕਰਨ ਕਰਦੇ ਨੇ ਕਿਉਂਕਿ ਸਾਰੀਆਂ ਅਵਸਥਾ ਨੂੰ ਦਿਖਾਉਣ ਦਾ ਸੰਭਵ ਨਹੀਂ ਹੈ। ਵੀ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਦਿਖਾਈਆਂ ਨਹੀਂ ਜਾ ਸਕਦੀਆਂ। ਐਵੇਂ ਤਾਂ ਨਹੀਂ ਹੈ ਵੀ ਹੁਣ ਤਾਜ ਮਹਿਲ ਨੂੰ ਚੱਕ ਕੇ ਕਲਾਸ 'ਚ ਲਿਆਵਾਂਗੇ, ਇਸ ਕਰਕੇ ਉਹਦਾ ਛੋਟਾ ਪ੍ਰਤੀਰੂਪ ਲਿਆਇਆ ਜਾਂਦਾ। ਦੇਖੋ ਅਤੇ ਦੱਸੋ ਵੀ ਆਹ ਕੀ ਚੀਜ਼ ਹੈ, ਇੱਦਾਂ ਦੇ ਬਾਰੇ ਗੱਲ ਕੀਤੀ। ਤਾਂ ਇਹ ਜਿਹੜੀ ਵਿਧੀ ਹੈ ਜੀ ਦੇਖੋ ਅਤੇ ਕਰੋ ਵਿਧੀ ਅਤੇ ਦੇਖੋ ਅਤੇ ਦੱਸੋ ਵਿਧੀ 'ਤੇ ਡਿਪੈਂਡ ਕਰਦੀ ਹੈ। ਅਤੇ ਇਦੋਂ ਬਾਅਦ ਜੀ ਗੱਲ ਕਰੀਏ ਜੀ ਵਾਕ ਵਿਧੀ। ਵਾਕ ਵਿਧੀ ਦੇ ਵਿੱਚ ਕੀ ਹੁੰਦਾ ਹੈ ਵੀ ਵਾਕ ਵਿਧੀ ਇਸ ਵਿੱਚ ਸ਼ਬਦ ਵਿਧੀ ਵੀ ਪਰਿਵਰਤਿਤ ਰੂਪ ਹੈ। ਜਿਹੜਾ ਸ਼ਬਦ ਵਿਧੀ ਹੈ ਉਹਦਾ ਬਿਲਕੁਲ ਪਰਿਵਰਤਿਤ ਰੂਪ ਹੈ, ਯਾਨੀ ਲੇਟੈਸਟ ਜਨਰੇਟ ਵਿਧੀ ਹੈ। ਅਤੇ ਇਹਦੇ ਵਿੱਚ ਹੈ ਜੀ ਇੱਥੇ ਸ਼ਬਦਾਂ ਦੀ ਥਾਂ 'ਤੇ ਵਾਕਾਂ ਨੂੰ ਸਵਰ ਕੀਤਾ ਜਾਂਦਾ ਹੈ। ਅਤੇ ਇਸ ਵਿਧੀ ਦੇ ਪਿੱਛੇ ਸਿੱਖਿਆ ਸ਼ਾਸਤਰੀਆਂ ਦੇ ਮਨੋਵਿਗਿਆਨੀਆਂ ਦੀ ਇਹ ਧਾਰਨਾ ਹੈ ਕਿ ਬੱਚਾ ਕਦੇ ਵੀ ਅੱਖਰਾਂ ਤੋਂ ਅਤੇ ਸ਼ਬਦਾਂ ਦੇ ਦੁਆਰਾ ਆਪਣੇ ਭਾਵ ਪ੍ਰਗਟ ਨਹੀਂ ਕਰਦਾ ਹੈ। ਮਤਲਬ ਜਿਹੜੇ ਮਨੋਵਿਗਿਆਨੀ ਉਹ ਕਹਿੰਦੇ ਆ ਵੀ ਬੱਚਾ ਕਦੇ ਵੀ ਆਪਣੇ ਸ਼ਬਦਾਂ ਦੇ ਦੁਆਰਾ ਭਾਵ ਪ੍ਰਗਟ ਨਹੀਂ ਕਰਦਾ, ਉਹ ਆਪਣੇ ਸ਼ਬਦ ਹਮੇਸ਼ਾ ਵਾਕ ਵਿੱਚ ਹੀ ਪ੍ਰਗਟ ਕਰਦਾ ਹੈ। ਉਹ ਆਪਣੇ ਜਿਹੜੇ ਹਮੇਸ਼ਾ ਜਿਹੜੇ ਭਾਵ ਹੈ ਉਹ ਵਾਕ ਦੇ ਵਿੱਚ ਹੀ ਪ੍ਰਗਟ ਕਰੂਗਾ, ਸ਼ਬਦਾਂ ਦੇ ਵਿੱਚ ਨਹੀਂ ਕਰੂਗਾ, ਕਿਉਂਕਿ ਸ਼ਬਦ ਛੋਟੇ ਹੁੰਦੇ ਨੇ ਅਤੇ ਵਾਕ ਵੱਡੇ ਹੁੰਦੇ। ਅਤੇ ਬੱਚਾ ਇੰਨਾ ਐਕਸਪਰਟ ਨਹੀਂ ਹੁੰਦਾ ਕਿ ਇੱਕ ਸ਼ਬਦ ਦੇ ਵਿੱਚ ਹੀ ਬਹੁਤ ਵੱਡੀ ਗੱਲ ਕਹਿ ਦੇਵੇ। ਹੁਣ ਜੀ ਭਾਵੇਂ ਉਹ ਹੈ ਵਾਕ ਇੱਕੋ ਜਿਹੇ ਸ਼ਬਦ ਵੀ ਹੁਣ ਪਾਣੀ ਕਹਿੰਦਾ ਹੈ ਤਾਂ ਅਸਲ ਵਿੱਚ ਉਹ ਕਹਿ ਰਿਹਾ ਹੁੰਦਾ ਹੈ ਕਿ ਮੈਨੂੰ ਪਾਣੀ ਦਿਓ। ਇਸ ਆਧਾਰ 'ਤੇ ਉਸ ਵਾਕ ਵਿਧੀ ਦਾ ਨਿਰਮਾਣ ਹੋਇਆ ਹਨ। ਜਿੱਦਾਂ ਕਿ ਗੱਲ ਕਰੇ ਪਾਣੀ ਬੋਲ ਰਿਹਾ, ਇਹਦਾ ਮਤਲਬ ਹੁੰਦਾ ਵੀ ਮੈਨੂੰ ਪਾਣੀ ਦਿਓ। ਇਹ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਹੈਗੀਆਂ। ਅਤੇ ਇਸ ਵਿਧੀ ਦੇ ਵਿੱਚ ਬੱਚਿਆਂ ਨੇ ਸ਼ਾਮਲ ਭਾਸ਼ਾ ਦੀ ਇਕਾਈ ਨੂੰ ਦੇ ਰੂਪ ਦੇ ਵਿੱਚ ਵੀ ਵਾਕ ਲਿਖ ਕੇ ਪੇਸ਼ ਕੀਤੇ ਜਾਂਦੇ ਨੇ। ਅਤੇ ਬੱਚਾ ਵਾਰ ਉਹਨਾਂ ਦੇ ਵਾਕਾਂ ਨੂੰ ਪੜ੍ਹਦੇ ਹਨ ਅਤੇ ਅਭਿਆਸ ਕਰਦੇ ਦੁਆਰਾ ਯਾਦ ਕਰਦੇ ਹਨ। ਅਤੇ ਪਹਿਲਾਂ ਸ਼ਬਦ ਦੇ ਵਾਕ ਲਿਖੇ ਜਾਂਦੇ ਹਨ, ਵਾਕ ਲਿਖੇ ਜਾਂਦੇ ਅਤੇ ਜਿਨ੍ਹਾਂ ਦੇ ਵਿੱਚ ਵੀ ਸਿਰਫ ਇੱਕ ਹੀ ਸ਼ਬਦ ਹੀ ਵੱਖਰਾ ਹੁੰਦਾ ਹੈ। ਅਤੇ ਫਿਰ ਵੀ ਵਿਸ਼ਲੇਸ਼ਣ ਦੇ ਦੁਆਰਾ ਹੀ ਉਹ ਉਸ ਤਰੀਕੇ ਦੇ ਧਿਆਨ ਨਾਲ ਬੱਚੇ ਪੜ੍ਹ ਲੈਂਦੇ ਅਤੇ ਉਸ ਚੀਜ਼ ਨੂੰ ਸਿੱਖ ਲੈਂਦੇ ਨੇ ਜੀ। ਜਿੱਦਾਂ ਕਿ ਗੱਲ ਕਰੀਏ ਵੀ ਲੜਕਾ ਅੰਬ ਖਾਂਦਾ ਹੈ, ਬਾਂਦਰ ਅੰਬ ਖਾਂਦਾ ਹੈ, ਹਾਥੀ ਅੰਬ ਖਾਂਦਾ ਹੈ। ਅਤੇ ਹੁਣ ਇਹ ਵਾਕ ਅੱਡ ਹੈ ਲੇਕਿਨ ਗੱਲ ਇੱਕ ਹੀ ਕਹੀ ਜਾ ਰਹੀ ਹੈ। ਅਤੇ ਅੰਬ ਖਾਂਦਾ ਹੈ ਮਤਲਬ ਤਿੰਨੋਂ ਵਾਕਾਂ ਦੇ ਵਿੱਚ ਸਾਂਝਾ ਸਿਰਫ ਲੜਕਾ ਹੈ, ਬਾਂਦਰ, ਹਾਥੀ ਵੱਖਰੇ ਹਨ। ਇਸ ਤਰ੍ਹਾਂ ਦੇ ਵਿੱਚ ਵਾਕਾਂ ਦੇ ਵਿੱਚ ਭਿੰਨ ਸ਼ਬਦਾਂ ਦੇ ਸਿਖਾਏ ਜਾਂਦੇ ਹਨ। ਅਤੇ ਇਸ ਦੇ ਵਿੱਚੋਂ ਦੇਖੋ ਅਤੇ ਕਹੋ ਵਿਧੀ ਅਪਣਾਈ ਜਾਂਦੀ ਹੈ। ਵੀ ਇੱਕੋ ਜਿਹੀ ਚੀਜ਼ ਦੇ ਵਿੱਚ ਪਹਿਲਾ ਜਿਹੜਾ ਸ਼ਬਦ ਹੁੰਦਾ ਉਹ ਬਦਲ ਦਿੰਦਾ ਅਤੇ ਬਾਕੀ ਸਾਰਾ ਦਾ ਸਾਰਾ ਉਹੀ ਰਹਿੰਦਾ। ਅਤੇ ਕਿਹਾ ਜਾਂਦਾ ਵੀ ਦੇਖੋ ਅਤੇ ਕਹੋ ਵਿਧੀ ਦੇ ਸਾਰੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈਗਾ, ਉਹ ਵੀ ਇਹਦੇ ਵਿੱਚ ਸ਼ਾਮਲ ਨੇ ਜੀ ਗੱਲਾਂ ਜੀ। ਹੁਣ ਗੱਲ ਕੀਤੀ ਜਾਂਦੀ ਕਹਾਣੀ ਵਿਧੀ ਜਾਂ ਕਵਿਤਾ ਵਿਧੀ। ਇਹਦੇ ਵਿੱਚ ਹੁੰਦਾ ਹੈ ਵੀ ਬੱਚੇ ਨੂੰ ਕਹਾਣੀ ਸੁਣਾਈ ਜਾਂਦੀ ਹੈ। ਅਤੇ ਕਹਾਣੀ ਵਿਧੀ ਜਾਂ ਵਾਕ ਵਿਧੀ ਵੀ ਪਰਿਵਰਤਿਤ ਰੂਪ ਹੈ। ਕਹਾਣੀ ਵਿਧੀ ਵਾਕ ਵਿਧੀ ਦਾ ਪਰਿਵਰਤਿਤ ਰੂਪ ਹੈਗਾ। ਇਸ ਤੋਂ ਪਹਿਲਾਂ ਪਰਿਵਰਤਿਤ ਵਿਧੀ ਵਾਕ ਵਿਧੀ ਦੇ ਬਾਰੇ ਗੱਲ ਹੋ ਚੁੱਕੀ ਨੇ ਜੀ ਵੀ ਵਾਕ ਵਿਧੀ ਕਿਹੜੀ ਹੁੰਦੀ ਹੈ। ਅਤੇ ਇਸ ਦੇ ਵਿੱਚ ਵੀ ਅਨੇਕ ਵਾਕ ਹੁੰਦੇ ਜੋ ਕਿ ਕਹਾਣੀ ਦੇ ਰੂਪ ਦੇ ਵਿੱਚ ਸੰਗਠਿਤ ਹੋ ਜਾਂਦੇ ਅਤੇ ਅਧਿਆਪਕ ਕਹਾਣੀ ਦਾ ਵਰਣਨ ਕਰਦਾ ਰਹਿੰਦਾ ਹੈ। ਅਤੇ ਮਤਲਬ ਇਹਦਾ ਕਹਿਣ ਦਾ ਮਤਲਬ ਇਹ ਕਹਾਣੀ ਵਿਧੀ ਦੇ ਵਿੱਚ ਉਹ ਅਧਿਆਪਕ ਪਹਿਲਾਂ ਕਹਾਣੀ ਪੜ੍ਹਾ ਦਿੰਦਾ ਅਤੇ ਫਿਰ ਉਹਨਾਂ ਦੇ ਵਿੱਚ ਜਿਹੜੀ ਇੰਪੋਰਟੈਂਟ ਘਟਨਾਵਾਂ ਹੁੰਦੀਆਂ ਉਹਨਾਂ ਬਾਰੇ ਦੱਸ ਦਿੰਦਾ। ਅਤੇ ਫਿਰ ਉਸ ਤੋਂ ਬਾਅਦ ਉਹ ਜਿਹੜੀਆਂ ਮੁੱਖ ਗੱਲਾਂ ਸਾਰੀਆਂ ਦੱਸ ਦਿੰਦਾ। ਅਤੇ ਫਿਰ ਉਹ ਬੱਚਿਆਂ ਤੋਂ ਪੁੱਛਦਾ ਵੀ ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਸਿੱਖਿਆ ਸੀਗਾ ਅਤੇ ਮੈਂ ਤੁਹਾਨੂੰ ਕੀ ਪੜ੍ਹਾਇਆ ਸੀਗਾ। ਇਸ ਦੇ ਰਾਹੀਂ ਅਤੇ ਉਹ ਬੱਚੇ ਵੀ ਪੜ੍ਹਨ ਦੇ ਵਿੱਚ ਰੁਚੀ ਲੈ ਲੈਂਦੇ ਆ ਅਤੇ ਉਹ
ਦੱਸਣ ਲੱਗ ਜਾਂਦੇ ਹੈ। ਇਸ ਦੇ ਅਨੁਸਾਰ ਵਾਕਾਂ ਦਾ ਵਿਸ਼ਲੇਸ਼ਣ ਵੀ ਕੀਤਾ ਜਾਂਦਾ ਵੀ ਵਿਸ਼ਲੇਸ਼ਣ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਵਾਕ ਵਿਧੀ ਦਾ ਅਨੁਮਾਨ ਕਿੱਥੇ ਤੱਕ ਸਾਰਥਕ ਹੋਇਆ ਨੇ ਜੀ। ਤਾਂ ਇਹ ਸੀ ਕਹਾਣੀ ਵਿਧੀ ਦੇ ਵਿੱਚ। ਹੁਣ ਹੈ ਜੀ ਭਾਸ਼ਾ ਸਿੱਖਿਆ ਦੀ ਯੰਤਰ ਵਿਧੀ। ਭਾਸ਼ਾ ਸਿੱਖਿਆ ਦੀ ਯੰਤਰ ਵਿਧੀ ਕੀ ਕਹਿੰਦੀ ਹੈ ਕਿ ਉਹ ਕਹਿੰਦੀ ਨੇ ਜੀ ਇਸ ਵਿਧੀ ਦਾ ਪ੍ਰਯੋਗ ਅਨੁਕਰਣ ਵਿਧੀ ਦੇ ਵਾਂਗ ਕੀਤਾ ਜਾਂਦਾ ਹੈਗਾ। ਮਤਲਬ ਜਿਵੇਂ ਅਨੁਕਰਣ ਕੀਤਾ ਜਾਂਦਾ ਉਸ ਤਰੀਕੇ ਨਾਲ ਇਹਦਾ ਪ੍ਰਯੋਗ ਕੀਤਾ ਜਾਂਦਾ ਹੈ। ਅਤੇ ਅਧਿਆਪਕ ਦੀ ਤਾਂ ਗ੍ਰਾਮੋਫੋਨ ਹੁੰਦਾ ਹੈ ਵੀ ਇਹਦੇ ਵਿੱਚ ਟੀਚਰ ਨਹੀਂ ਹੁੰਦਾ। ਗ੍ਰਾਮੋਫੋਨ ਟੇਪ ਰਿਕਾਰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਸ਼ੁੱਧ ਉਚਾਰਨ ਦੀ ਗੱਲ ਕਰੀਏ ਤਾਂ ਉਸ ਨੂੰ ਵਿਦਿਆਰਥੀਆਂ ਦੇ ਬੜੇ ਹੀ ਧਿਆਨ ਨਾਲ ਸੁਣਦੇ ਆ ਅਤੇ ਉਹਨਾਂ ਦੇ ਉਚਾਰਨ ਦੇ ਕਰਦੇ ਵੀ ਜਦੋਂ ਟੇਪ ਰਿਕਾਰਡਰ ਗ੍ਰਾਮੋਫੋਨ ਵਗੈਰਾ ਦੇਤਾ ਤਾਂ ਬੱਚੇ ਬੜੇ ਧਿਆਨ ਨਾਲ ਸੁਣਦੇ ਆ। ਇਹਦੇ ਵਿੱਚ ਅਧਿਆਪਕ ਦੀ ਭੂਮਿਕਾ ਨਹੀਂ ਹੁੰਦੀ, ਉਹਦੇ ਵਿੱਚ ਸੁਣਦੇ ਅਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਜਿਹੜਾ ਸ਼ੁੱਧ ਪਏਗਾ ਉਹਨੂੰ ਪੜ੍ਹ ਕੇ ਅਤੇ ਲਿਖੋ। ਉਹ ਚੀਜ਼ਾਂ ਸਿਖਾਈ ਜਾਂਦੀਆਂ ਨੇ ਜੀ, ਜਿਹਦੇ ਵਿੱਚ ਭਾਸ਼ਾ ਸਿੱਖਿਆ ਯੰਤਰੀ ਇਸ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਬੱਚੇ ਨੂੰ ਸਿਖਲਾਈ ਦੇਣ ਵਾਸਤੇ ਚੀਜ਼ ਕੁਝ। ਤਾਂ ਇਹ ਚੀਜ਼ਾਂ ਇਹਦੇ ਵਿੱਚ ਸ਼ਾਮਲ ਨਹੀਂ ਸੀ ਜੀ। ਹੁਣ ਆਪਾਂ ਗੱਲ ਕਰਾਂਗੇ ਵੀ ਅਨੁਕਰਨ ਕਰਦਾ ਹੋਇਆ ਇਸ ਵਿਧੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਵਧੇਰੇ ਲਾਭਦਾਇਕ ਹੈ ਅਤੇ ਸਮੂਹ ਦੇ ਵਿੱਚ ਪਾਠ ਵਿਧੀ ਅਨੁਕਰਨ ਵਿਧੀ ਦੇ ਨਾਲ ਕਾਫੀ ਮਿਲਦੀਆਂ ਹਨ। ਵੀ ਜੇਕਰ ਗੱਲ ਕੀਤੀ ਹੈ ਵੀ ਸਮੂਹਿਕ ਵੀ ਪਾਠ ਵਿਧੀ ਦੇ ਅਨੁਕਰਨ ਦੇ ਨਾਲ ਕਾਫੀ ਮਿਲਦੀ ਹੈ ਅਤੇ ਇਸ ਦੇ ਵਿੱਚ ਅਧਿਆਪਕ ਨੇ ਸਭ ਤੋਂ ਪਹਿਲਾਂ ਛੋਟੇ ਪਹਿਰੇ ਜਾਂ ਬਾਲ ਗੀਤਾਂ ਦਾ ਆਦਰਸ਼ ਬਣਾ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਸਾਰੀ ਹੀ ਸ਼੍ਰੇਣੀ ਦੇ ਵਿੱਚ ਸਮੂਹ ਦੇ ਰੂਪ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਵੀ ਕਹਿਣ ਦਾ ਮਤਲਬ ਹੈ ਜੀ ਸ਼੍ਰੇਣੀਆਂ ਵੰਡ ਲੈਂਦਾ ਹੈ ਅਤੇ ਉਸ ਦੇ ਵਿੱਚ ਵਧੀਆ ਅਤੇ ਉਚਾਰਨ ਕਰਕੇ ਲਈ ਬੜੀ ਹੀ ਉਪਯੋਗੀ ਹੋ ਜਾਂਦੀ ਹੈ। ਵੀ ਆਪਣੀ ਚਰਚਾ ਕਰਦਾ ਹੈ ਅਤੇ ਦੱਸਦਾ ਹੈ ਬੱਚਿਆਂ ਨੂੰ ਸ਼੍ਰੇਣੀਆਂ ਦੇ ਵਿੱਚ ਅੱਡ ਵੰਡ ਕੇ ਅਤੇ ਇਸ ਦਾ ਉਪਯੋਗ ਕੀਤਾ ਜਾ ਸਕਦਾ ਹੈ। ਅਤੇ ਜੇਕਰ ਬੱਚੇ ਦੇ ਆਧਾਰ ਅੱਖਰ ਗਿਆਨ ਤੋਂ ਭਲੀ ਭਾਂਤ ਜਾਣੂ ਹੋਣਾ ਚਾਹੀਦਾ, ਇਸ ਵਿਧੀ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਪਰ ਉਸ ਦੇ ਲਈ ਕੰਡੀਸ਼ਨ ਇੱਕ ਰਹਿੰਦੀ ਹੈ ਕਿ ਉਹ ਅੱਖਰ ਵਿਧੀ ਦੇ ਜਾਣੂ ਹੋਣਾ ਚਾਹੀਦਾ ਹੈ ਜੀ, ਵੀ ਉਹਨੂੰ ਅੱਖਰਾਂ ਦਾ ਗਿਆਨ ਹੋਣਾ ਚਾਹੀਦਾ ਹੈ ਜੀ। ਹੁਣ ਇਹ ਸੀਗੇ ਜੀ ਸਾਰੀ ਦੀ ਸਾਰੀ ਜੀ ਪੜ੍ਹਨ ਵਿਧੀ ਵਾਚਨ ਵਿਧੀ ਸੀਗੀ। ਹੁਣ ਆਪਾਂ ਗੱਲ ਕਰਾਂਗੇ ਜੀ ਲਿਖਣ ਵਿਧੀ ਦੇ ਬਾਰੇ ਗੱਲ ਕਰਾਂਗੇ ਵੀ ਲਿਖਣ ਵਿਧੀ ਕੀ ਨੇ ਜੀ, ਇਸ ਦੇ ਬਾਰੇ ਗੱਲ ਕਰ ਲੈਂਦੇ। ਲਿਖਣ ਵਿਧੀ ਬਾਰੇ ਇੱਕ ਝਲਕ ਦੇਖ ਲੈਂਦੇ ਵੀ ਲਿਖਣਾ ਕਿਹਨੂੰ ਕਹਿੰਦੇ। ਇਹ ਚੌਥਾ ਭਾਸ਼ਾਈ ਕੌਸ਼ਲ ਹੈ ਅਤੇ ਮੌਖਿਕ ਰੂਪ ਦੇ ਵਿੱਚ ਭਾਸ਼ਾ ਲਿਪੀ ਦੇ ਸਹਿਯੋਗ ਦੇ ਨਾਲ ਲਿਖਤ ਰੂਪ ਦੇ ਵਿੱਚ ਵੀ ਵਰਤੀ ਜਾਂਦੀ। ਪਹਿਲੀ ਗੱਲ ਤਾਂ ਹੈ ਵੀ ਭਾਸ਼ਾ ਦਾ ਕੌਸ਼ਲ ਇਹ ਚੌਥੇ ਨੰਬਰ ਦਾ ਹੈ ਅਤੇ ਇਹਦੇ ਵਿੱਚ ਕੀ ਹੁੰਦਾ ਮੌਖਿਕ ਭਾਸ਼ਾ ਲਿਪੀ ਦਾ ਸਹਿਯੋਗ ਨਾਲ ਲਿਖਤੀ ਰੂਪ ਦੇ ਵਿੱਚ ਆ ਜਾਂਦੀ ਹੈ। ਵੀ ਮੌਖਿਕ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈਗਾ ਅਤੇ ਭਾਸ਼ਾ ਲਿਪੀ ਦਾ ਵੀ ਪ੍ਰਯੋਗ ਕੀਤਾ ਜਾਂਦਾ ਅਤੇ ਉਸ ਦੇ ਨਾਲ ਇਹ ਭਾਸ਼ਾ ਵਿੱਚ ਵਰਤੀ ਜਾਂਦੀ ਹੈ। ਅਤੇ ਜੇਕਰ ਗੱਲ ਕੀਤੀ ਵੀ ਲਿਖਣ ਕਿਸੇ ਵੀ ਬੋਲੀ ਭਾਸ਼ਾ ਦੇ ਉਸਤਤ ਹੋਣ ਦਾ ਪ੍ਰਮਾਣ ਹੈ। ਵੀ ਲਿਖਣ ਨਾਲ ਪਤਾ ਕੀ ਹੁੰਦਾ ਵੀ ਚੀਜ਼ ਦਿਮਾਗ ਦੇ ਵਿੱਚ ਸੈੱਟ ਹੋ ਜਾਂਦੀ ਹੈ ਅਤੇ ਇਸ ਕਰਕੇ ਲਿਖਣਾ ਵੀ ਜ਼ਰੂਰੀ ਹੈ। ਆਪਾਂ ਵੀ ਪੁਰਾਣੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਯਾਦ ਕਿਉਂ, ਕਿਉਂਕਿ ਆਪਣੇ ਲਿਖ ਕੇ ਦੇਖੀਆਂ ਹੋਈਆਂ ਨੇ, ਇਸ ਕਰਕੇ ਆਪਾਂ ਨੂੰ ਯਾਦ ਨੇ। ਹੁਣ ਆਪਾਂ ਗੱਲ ਕਰਾਂਗੇ ਵੀ ਲਿਖਣਾ ਇੱਕ ਕਲਾ ਹੈ ਅਤੇ ਜਿਸ ਦੇ ਵਿੱਚ ਅੱਖਰਾਂ ਦੇ ਹੱਥ ਇਕੱਠੇ ਕੰਮ ਕਰਦਿਆਂ ਹੋਏ ਰਚਨਾਤਮਕ ਹੋਣ ਦੇ ਕਰਦੇ ਹੋਏ ਲਿਖ ਦਾ ਕੰਮ ਪੜ੍ਹ ਦਿੰਦੇ ਆ। ਵੀ ਜਿਹੜਾ ਕੰਮ ਕਰਦੇ ਨੇ ਉਹਦੇ ਨਾਲ ਰਚਨਾਤਮਕ ਕਾਰਜ ਹੋਣ ਦੇ ਵਿੱਚ ਲਿਖਣ ਦਾ ਕੰਮ ਪੜ੍ਹਨ ਦਾ ਕੰਮ ਵੀ ਔਖਾ ਹੈ। ਹੁਣ ਇਹਦੇ ਵਿੱਚ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਗੱਲ ਕਹਿਣਾ ਚਾਹੂੰਗਾ ਦੋਸਤੋ ਵੀ ਆਪਣੇ ਰੀਡ ਦਾ ਸਿਲੇਬਸ ਪੂਰਾ ਹੋ ਚੁੱਕਿਆ ਨੇ। ਆ ਲਾਸਟ ਵੀਡੀਓ ਹੈ ਜੀ ਕੌਸ਼ਲ ਦੀਆਂ। ਇਸ ਤੋਂ ਪਹਿਲਾਂ ਵਾਲੀਆਂ ਵੀਡੀਓ ਬਣ ਚੁੱਕੀਆਂ 25 ਵੀਡੀਓ ਪਹਿਲਾਂ ਬਣ ਚੁੱਕੀਆਂ ਨੇ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹਨੂੰ ਜ਼ਰੂਰ ਦੇਖਿਓ, ਕਿਉਂਕਿ ਰੀਟ ਭਰਤੀ CTET ਮਾਸਟਰ ਕੈਡਰ RPSC ਫਸਟ ਗ੍ਰੇਡ ਸੈਕੰਡ ਗ੍ਰੇਡ NTA NET ਦੇ ਵਿੱਚ ਇਹ ਬਹੁਤ ਇੰਪੋਰਟੈਂਟ ਟੌਪਿਕ ਨੇ ਜੀ, ਬਹੁਤ ਇਮਤਿਹਾਨ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਜੀ। ਤਾਂ ਤੁਸੀਂ ਇਹਨੂੰ ਪੜ੍ਹ ਸਕਦੇ ਹੈ ਜੀ। ਹੁਣ ਗੱਲ ਕਰਾਂਗੇ ਅੱਗੇ, ਜਿਵੇਂ ਗੱਲ ਕਰਦੇ ਹਾਂ ਵੀ ਬੱਚਾ ਪਹਿਲਾਂ ਪੜ੍ਹਨਾ ਸਿੱਖਦਾ ਹੈ ਜੀ, ਉਸ ਤੋਂ ਬਾਅਦ ਜੋ ਕੁਝ ਵੀ ਉਹ ਪੜ੍ਹਦਾ ਹੈ ਉਸਦੇ ਨਾਲ ਲਿਪੀ ਵੀ ਸਿੱਖਦਾ ਹੈ। ਜਦੋਂ ਅਸੀਂ ਆਪਣੇ ਭਾਵ ਦੇ ਵਿਚਾਰਾਂ ਨੂੰ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਲਿਖਣੀ ਕੌਸ਼ਲ ਦਾ ਪ੍ਰਗਟ ਕਿਹਾ ਜਾਂਦਾ ਹੈ। ਅਤੇ ਸਧਾਰਨ ਸ਼ਬਦਾਂ ਦੇ ਵਿੱਚ ਸ਼ਬਦਾਂ ਦੇ ਦੁਆਰਾ ਵੀ ਲਿਖ ਕੇ ਭਾਵ ਪ੍ਰਕਾਸ਼ਨ ਹੀ ਲਿਖਤ ਰੂਪ ਦੇ ਵਿੱਚ ਆ ਜਾਂਦੇ ਅਤੇ ਇਸ ਦੇ ਵਿੱਚ ਵੀ ਅਨੇਕਾਂ ਰੂਪ ਬਣ ਜਾਂਦੇ। ਜਿੱਦਾਂ ਕਿ ਗੱਲ ਕਰੀਏ ਪੱਤਰ ਲਿਖਣਾ, ਪ੍ਰਾਰਥਨਾ ਪੱਤਰ, ਨਿਬੰਧ, ਕਹਾਣੀ, ਸੰਵਾਦ, ਭਾਸ਼ਣ ਲਿਖਣਾ, ਇਹ ਸਾਰੀਆਂ ਚੀਜ਼ਾਂ ਕੀ ਲਿਖਣ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਜੀ। ਵੀ ਲਿਖਣ ਕੌਸ਼ਲ ਦੇ ਸਿੱਖਣ ਦੀਆਂ ਅਵਸਥਾ ਕਿਹੜੀਆਂ ਹੁੰਦੀਆਂ ਵੀ ਇਹਦੇ ਵਿੱਚ ਸਿੱਖਣ ਦੀਆਂ ਹੁੰਦੀਆਂ। ਪੰਜਾਬੀ ਭਾਸ਼ਾ ਦੇ ਵਿੱਚ ਸਿੱਖਿਆ ਦੇ ਭਾਵ ਹੈ ਬੱਚੇ ਦੇ ਦੁਆਰਾ ਪੜ੍ਹ ਕੇ ਅਰਥ ਸਮਝਣ ਅਤੇ ਆਪਣੇ ਭਾਵ ਵਿਚਾਰਾਂ ਦੇ ਅਨੁਭਵਾਂ ਨੂੰ ਲਿਖਤੀ ਰੂਪ ਦੇ ਵਿੱਚ ਮਾਧਿਅਮ ਨਾਲ ਪ੍ਰਗਟ ਕਰਨ ਅਤੇ ਉਹ ਅੱਖਰ ਨਿਪੁੰਨ ਬਣਾਉਂਦੇ ਹਨ। ਜੇਕਰ ਗੱਲ ਕਰੀਏ ਬੱਚੇ ਨੂੰ ਲਿਖਣਾ ਸਿਖਾਉਣ ਤੋਂ ਪਹਿਲਾਂ ਹੀ ਸਰੀਰ ਅਤੇ ਮਾਨਸਿਕ ਰੂਪ ਤਿਆਰ ਕਰ ਲੈਣਾ ਚਾਹੀਦਾ ਹੈ। ਹੁਣ ਜੇਕਰ ਕਹਿੰਦੇ ਇਸ ਤੋਂ ਪਿੱਛੋਂ ਹੀ ਇਸ ਵਿਧੀ ਦੇ ਵਿੱਚ ਢੰਗ ਨਾਲ ਲਿਖਣਾ ਅਤੇ ਸਿਖਾਉਣ ਲਈ ਵੀ ਅਵਸਥਾ ਦੇ ਵਿੱਚ ਵੀ ਸਿਖਾਇਆ ਜਾਂਦਾ ਹੈਗਾ।
ਇਹਦੇ ਵਿੱਚ ਕੀ ਹੈ ਵੀ ਬੱਚੇ ਨੂੰ ਮਾਨਸਿਕ ਰੂਪ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਉਹਨੂੰ ਲਿਖਣਾ ਸਿਖਾਇਆ ਜਾਂਦਾ ਹੈ ਅਤੇ ਕੁਝ ਇਸ ਅਵਸਥਾ ਨੂੰ ਲੰਘ ਕੇ ਹੋਰ ਵੀ ਇਸ ਤੋਂ ਜ਼ਿਆਦਾ ਸਿੱਖਦਾ ਨੇ ਜੀ। ਹੁਣ ਇਹਦੀ ਗੱਲ ਕਰਾਂਗੇ ਇਹਦੀ ਅਵਸਥਾਵਾਂ ਕਿਹੜੀਆਂ ਕਿਹੜੀਆਂ ਨੇ ਜੀ। ਤਾਂ ਇਹਦੀ ਅਵਸਥਾ ਹੈ ਜੀ, ਪਹਿਲੀ ਅਵਸਥਾ ਹੈ ਸਿੱਖਣ ਦੀ ਤਿਆਰੀ, ਦੂਜਾ ਯਾਨੀ ਮਨ ਬਣਾ ਲਓ ਸਿੱਖਣਾ ਕੀ ਹੈ, ਫਿਰ ਜੀ ਅੱਖਰਾਂ ਦੀ ਰਚਨਾ ਪਤਾ ਹੋਣੀ ਚਾਹੀਏ, ਤੀਜੀ ਗੱਲ ਹੈ ਜੀ ਤੀਜੀ ਅਵਸਥਾ ਹੈ ਜੀ ਸ਼ਬਦਾਂ ਦੀਆਂ ਅਤੇ ਵਾਕਾਂ ਦੀਆਂ ਰਚਨਾਵਾਂ ਪਤਾ ਹੋਣ, ਅਤੇ ਚੌਥੀ 'ਚ ਹੁੰਦਾ ਜੀ ਲਿਖਣ ਦਾ ਅਭਿਆਸ ਅਤੇ ਦਾਰਸ਼ਨਿਕ ਮਤਲਬ ਐਵੇਂ ਨਹੀਂ ਹੈ ਤੁਹਾਡੇ ਟੀਚਰ ਨੇ ਦੇਤਾ ਅਤੇ ਤੁਸੀਂ ਪੜ੍ਹੋ ਹੀ ਨਾ, ਅਗਲੇ ਦਿਨ ਜਾ ਕੇ ਬੋਲਦੇ ਜਿਸ ਟਾਈਮ ਨਹੀਂ ਮਿਲਿਆ ਸੀ ਸਾਨੂੰ, ਆਹ ਗੱਲ ਨਹੀਂ ਹੋਣੀ ਚਾਹੀਦੀ ਹੈ। ਹੁਣ ਜੇਕਰ ਗੱਲ ਕਰੀਏ ਲਿਖਣ ਕੌਸ਼ਲ ਦੀਆਂ ਵਿਧੀਆਂ ਕਿਹੜੀਆਂ ਕਿਹੜੀਆਂ ਨੇ ਜੀ, ਉਹਨਾਂ ਦੇ ਬਾਰੇ ਡਿਸਕਸ ਕਰ ਲੈਂਦੇ। ਕਈਆਂ ਦੇ ਬਾਰੇ ਆਪਾਂ ਪੜ੍ਹ ਚੁੱਕੇ ਨੇ, ਜਿੱਦਾਂ ਕਿ ਗੱਲ ਕਰੀਏ ਵੀ ਵਰਨਮਾਲਾ ਵਿਧੀ, ਅੱਖਰਬੋਧ ਵਿਧੀ, ਮੌਂਟੇਸਰੀ ਵਿਧੀ ਬਾਰੇ ਆਪਾਂ ਪੜ੍ਹ ਲਿਆ, ਪੈਸਟੋਲੋਜੀ ਵਿਧੀ, ਸ਼ਬਦ ਵਿਧੀ ਬਾਰੇ ਪੜ੍ਹ ਲਿਆ ਆਪਾਂ, ਵਾਕ ਵਿਧੀ ਅਤੇ ਜਿਹੜੀ ਹੈਗੀ ਜੀ ਪ੍ਰਸਥਾਪਨ ਵਿਧੀ ਹੋ ਗਈ, ਪੁਨਰੀਆ ਤੋਂ ਲਿਖਣਾ ਵਿਧੀ ਹੋ ਗਈ ਅਤੇ ਬੋਲਣ ਲਿਖਤ ਹੋ ਗਈ, ਇਹਨਾਂ ਬਾਰੇ ਆਪਾਂ ਪੜ੍ਹਾਂਗੇ। ਜਿਹੜੇ ਟੌਪਿਕ ਹੋ ਗਏ ਨੇ ਜੀ ਉਹ ਦੁਬਾਰਾ ਨਹੀਂ ਆਉਣਗੇ ਜੀ, ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਦੇਖ ਸਕਦੇ ਹੋ ਜਾ ਕੇ। ਹੁਣ ਜੀ ਪਹਿਲੀ ਹੈ ਵਰਨਮਾਲਾ ਵਿਧੀ। ਇਸ ਵਿਧੀ ਦੇ ਵਿੱਚ ਪਹਿਲਾਂ 35 ਸਾਰੇ ਅੱਖਰ ਲਿਖਣ ਤੋਂ ਸਿਖਾਇਆ ਆਰੰਭ ਕੀਤੀ ਜਾਂਦੀ ਹੈ ਅਤੇ ਇਸ ਦੇ ਅੱਖਰਾਂ ਦੇ ਨਾਲ ਹੀ ਅੱਖਰਾਂ ਦੀ ਮਾਤਰਾਵਾਂ ਦੇ ਨਾਲ ਸ਼ਬਦਾਂ ਦੇ ਬਜਾਏ ਜਾਂਦੇ ਹੈ, ਅਤੇ ਵੀ ਪਹਿਲਾਂ ਅੱਖਰਾਂ ਦੀ ਵਿੱਚ 35 ਅੱਖਰੀ ਲਿਖਣੀ ਸਿਖਾਈ ਜਾਂਦੀ ਹੈਗੀ ਤਾਂ ਕਿ ਬੱਚਾ ਇਸ ਚੀਜ਼ ਨੂੰ ਸਿੱਖ ਸਕਣ ਅਤੇ ਸੌਖਾ ਹੋ ਜਾਂਦਾ ਹੈ, ਅਤੇ ਫਿਰ ਹੌਲੀ ਹੌਲੀ ਵੱਡੇ ਉਹ ਸ਼ਬਦਾਂ ਵਿੱਚ ਲਿਖਣਾ ਸਮਝਾਂ ਵਿੱਚ ਕਰ ਦਿੰਦਾ ਵੀ ਹੌਲੀ ਹੌਲੀ ਉਹ ਲਿਖਣਾ ਸਿੱਖ ਜਾਂਦਾ ਹੈ। ਅਤੇ ਇਸ ਵਿਧੀ ਦੇ ਤਰਕੀਬਵਾਰ ਅਤੇ ਵਿਗਿਆਨਿਕ ਮੰਨਿਆ ਜਾਂਦਾ ਹੈ, ਅਤੇ ਕਿਉਂਕਿ ਇਸ ਦੇ ਵਿੱਚ ਅੱਖਰਾਂ ਦੀ ਪਛਾਣ, ਲਗਾ, ਮਾਤਰਾਵਾਂ, ਸੌਖੇ ਔਖੇ ਸ਼ਬਦਾਂ ਨੂੰ ਲਿਖਣ ਦੇ ਇੱਕ ਵਿਗਿਆਨਿਕ ਤਰਕੀਬ ਹਨ। ਇਸ ਦੇ ਇੱਕ ਵਿਗਿਆਨਿਕ ਤਰੀਕਾ ਜਿਹਦੇ ਵਿੱਚ ਅੱਖਰਾਂ ਦੇ ਲਿਖਣ ਨਾਲ ਵੀ ਬੱਚੇ ਨੂੰ ਯਾਦ ਹੋ ਜਾਂਦਾ, ਪੜ੍ਹਨ ਨਾਲ ਵੀ ਯਾਦ ਹੋ ਜਾਂਦਾ ਹੈ। ਇਹਦੇ ਵਿੱਚ ਮਾਤਰਾਵਾਂ ਕਿਵੇਂ ਲਾਣੀਆਂ ਆਈਆਂ, ਕੀ ਭਾਵ ਬਣਦਾ, ਉਹਦੇ ਨਾਲ ਵੀ ਇਹਨੂੰ ਬਹੁਤ ਫਾਇਦਾ ਮਿਲਦਾ ਨੇ। ਜਿੱਦਾਂ ਕਿ ਗੱਲ ਕਰੀਏ ਵੀ ਜਿਸ ਨਾਲ ਜਲਦੀ ਸਿੱਖ ਜਾਂਦਾ ਬੱਚਾ, ਅਤੇ ਇਸ ਦੇ ਲਈ ਰੁੱਖੀ ਨੀਰਸ ਵਿਧੀ ਹੈ। ਇਹ ਰੁੱਖੀ ਅਤੇ ਨੀਰਸ ਵਿਧੀ ਹੈ ਜੋ ਕਿ ਗੈਰ ਮਨੋਵਿਗਿਆਨਕ ਹੈ, ਕਿਉਂਕਿ ਇਸ ਵਿਧੀ ਵਿੱਚ ਕਈ ਵਾਰ ਅਧਿਆਪਕ ਦੇ ਆਦਰਸ਼ ਦੇ ਨਾਲ ਬਿਨਾਂ ਦਿਲਚਸਪੀ ਸਭ ਕੁਝ ਕਰਦਾ ਰਹਿੰਦਾ ਵੀ ਅਧਿਆਪਕ ਕਹਿੰਦਾ ਹੀ ਨਹੀਂ ਹੈ ਅਤੇ ਉਹ ਚਲੇ ਜਾਂਦਾ, ਇਸ ਕਰਕੇ ਰੁੱਖੀ ਅਤੇ ਨੀਰਸ ਵਿਧੀ ਵੀ ਕਿਹਾ ਜਾਂਦਾ ਹੈਗਾ। ਕਿਹਨੂੰ ਵਿਧੀ ਨੇ ਜੀ? ਵਰਨਮਾਲਾ ਵਿਧੀ ਨੂੰ। ਹੁਣ ਗੱਲ ਕਰਾਂ ਅੱਖਰ ਜੁੱਟ ਜਾਂ ਅੱਖਰ ਸਮੂਹ ਵਿਧੀ, ਉਹ ਕਿੱਦਾਂ ਦੀ ਹੁੰਦੀ ਹੈ ਉਹ ਵੀ ਦੇਖ ਲੈਂਦੇ ਹਾਂ ਜੀ। ਉਹ ਹੁੰਦੀ ਹੈ ਜੀ ਇਸ ਵਿਧੀ ਦੀ ਵਰਨਮਾਲਾ ਦੇ ਵਿੱਚ ਵਿਧੀ ਵਾਂਗ ਹੀ ਇਸ ਦੀਆਂ ਸਿਰਫ ਇੰਨਾ ਹੀ ਹੈ ਕਿ ਇਸ ਦੀਆਂ ਵਰਨਮਾਲਾ ਨੇ ਅੱਖਰਾਂ ਨੂੰ ਬਣਾ ਕੇ ਅਨੁਸਾਰ ਜੁੱਟ ਕੀਤਾ ਅਤੇ ਲਈ ਵੀ ਜਾਂਦੇ ਆ, ਅਤੇ ਮਤਲਬ ਜੁੱਟ ਬਣਾ ਲਿੱਤੀ ਜਾਂਦੀ ਹੈ ਅਤੇ ਉਹਨਾਂ ਦੇ ਬਾਰੇ ਚਰਚਾ ਕੀਤੀ ਜਾਂਦੀ ਹੈ। ਅਤੇ ਇਸ ਸਿਧਾਂਤ ਦੇ ਮੁਤਾਬਕ ਦੀ ਗੁਰਮੁਖੀ ਵਰਨਮਾਲਾ ਦੇ ਇੱਕ ਦੂਜੇ ਨਾਲ ਰਲਵੇਂ ਮਿਲਵੇਂ ਸ਼ਬਦ ਹੁੰਦੇ ਵੀ ਜਿਹੜਾ ਹੈਗਾ ਅੱਖਰ ਜੁੱਟ ਵਿਧੀ ਦੇ ਵਿੱਚ ਰਲਵੇਂ ਮਿਲਵੇਂ ਹੁੰਦੇ ਆ ਜੀ। ਹ, ਰੈ, ਗੈ, ਸੈ, ਮੈਂ ਦਿਖਣ ਦੇ ਵਿੱਚ ਇੱਕੋ ਜਿਹੇ ਹੋਣ, ਕ, ਖ, ਤੈ, ਤੈ, ਕੈ, ਬੈ। ਹੁਣ ਗੱਲ ਕਰੀ ਜਾਵੇ ਵੀ ਇਸ ਤਰੀਕੇ ਨਾਲ ਕੈ, ਭੈ ਅਤੇ ਆਦਿਕ ਸ਼ਬਦ ਸ਼ਾਮਿਲ ਹੁੰਦੇ ਨੇ ਜੀ। ਹੁਣ ਆਪਾਂ ਗੱਲ ਕਰਾਂਗੇ ਮੌਂਟੇਸਰੀ ਵਿਧੀ ਬਾਰੇ। ਆਪਾਂ ਪੜ੍ਹ ਲਿਆ ਸੀਗਾ ਵੀ ਬੱਚੇ ਨੂੰ ਗੱਤੇ 'ਤੇ ਸਿਖਾਇਆ ਜਾਂਦਾ ਹੈਗਾ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਜਿਹੜਾ ਆਪਣਾ ਇੰਪੋਰਟੈਂਟ ਹੈਗਾ ਉਹ ਹੈਗਾ ਜੀ ਪੈਸਟੋਲੋਜੀ ਵਿਧੀ। ਪੈਸਟੋਲੋਜੀ ਵਿਧੀ ਦੇ ਬਾਰੇ ਕਿ ਪੈਸਟੋਲੋਜੀ ਵਿਧੀ ਦੀ ਵੀ ਮੁਸ਼ਕਲ ਸਿੱਖਿਆ ਸੁੱਤ ਉੱਪਰ ਆਧਾਰਿਤ ਵਿਧੀ ਹੈ, ਅਤੇ ਇਸ ਵਿੱਚ ਵੀ ਅੱਖਰਾਂ ਦੇ ਲਿਖਣ ਅਤੇ ਸਿਖਾਉਣ ਦਾ ਕੰਮ ਕੀਤਾ ਜਾਂਦਾ ਹੈ। ਥੋੜ੍ਹੀ ਜਿਹੀ ਟਫ ਜ਼ਰੂਰ ਹੈ ਵੀ ਲਿਖਣ ਦਾ ਕੰਮ ਕਰਾਇਆ ਜਾਂਦਾ ਹੈ, ਅਤੇ ਸਭ ਤੋਂ ਪਹਿਲਾਂ ਅੱਖਰਾਂ ਦੀ ਥਾਂ 'ਤੇ ਭਿੰਨ ਟੁਕੜਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ, ਅਤੇ ਫਿਰ ਟੁਕੜਿਆਂ ਨੂੰ ਜੋੜ ਕੇ ਉਸ ਸਮੇਂ ਦੀਆਂ ਰਚਨਾਵਾਂ ਕਰਵਾਈ ਜਾਂਦੀ ਹੈ ਵੀ ਜਿਹੜਾ ਚੀਜ਼ ਪਾਰਟੀਸ਼ਨ ਹੈ ਉਹਨੂੰ ਟੁਕੜਿਆਂ 'ਤੇ ਵੰਡ ਦਿੱਤਾ ਜਾਂਦਾ ਅਤੇ ਉਹ ਚੀਜ਼ ਦਿਖਾਈ ਜਾਂਦੀ ਨੇ। ਹੁਣ ਹੈ ਜੀ ਸ਼ਬਦ ਵਿਧੀ। ਸ਼ਬਦ ਵਿਧੀ ਕੀ ਕਹਿੰਦੀ ਹੈ ਜੀ? ਸ਼ਬਦ ਵਿਧੀ ਕਹਿੰਦੀ ਹੈ ਵਾਚਨ ਵਾਂਗ ਲਿਖਣ ਕਲਾ ਸਿਖਾਉਣ ਦੇ ਲਈ ਵੀ ਇਸ ਵਿਧੀ ਦੇ ਵਿੱਚ ਵਰਤ ਕੀਤੀ ਜਾਂਦੀ ਹੈ, ਅਤੇ ਦੇਖੋ ਅਤੇ ਕਹੋ ਵਿਧੀ ਨਾਲ ਮਿਲਦੇ ਜੁਲਦੇ ਹੀ ਇਸ ਦੇ ਰੂਪ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਤਸਵੀਰ ਦਿਖਾਈ ਦਿੰਦੀ ਹੈ, ਅਤੇ ਉਸ ਦੇ ਹੇਠਾਂ ਹੀ ਸੰਬੰਧਿਤ ਸ਼ਬਦਾਂ ਨੂੰ ਵੀ ਬਲੈਕ ਬੋਰਡ ਦੇ ਉੱਪਰ ਵੀ ਲਿਖ ਦਿੱਤਾ ਜਾਂਦਾ ਹੈ, ਅਤੇ ਉਸਦੇ ਨਕਲ ਉੱਥੇ ਹੀ ਔਖਾ ਸ਼ਬਦਾਂ ਦੇ ਵੱਲ ਵੀ ਇਹ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਵੀ ਜਿਹੜੀਆਂ ਚੀਜ਼ਾਂ ਸ਼ਬਦਾਂ ਦੀਆਂ ਵਰਤਾਂ ਕੀਤੀਆਂ ਜਾਂਦੀਆਂ ਵੀ ਸ਼ਬਦ ਵਿਧੀ ਹੈ ਉਹਦੇ ਵਿੱਚ ਸ਼ਬਦ ਸਿਖਾਏ ਜਾਂਦੇ ਹੈਗੇ। ਅਤੇ ਇਹਦੇ ਵਿੱਚ ਰੋਚਕ ਗੱਲ ਇਹ ਹੁੰਦੀ ਹੈ ਵੀ ਇਸ ਦਿਲਚਸਪੀ ਦੀ ਬੱਚੇ ਦਿਲਚਸਪੀ ਲੈਂਦੇ ਆ, ਅਤੇ ਇਸ ਦੇ ਦੁਆਰਾ ਸ਼ਬਦਾਂ ਨੂੰ ਸਰੂਪ ਦੀ ਪਛਾਣ ਵੀ ਛੇਤੀ ਕਰ ਲੈਂਦੇ ਹੈ, ਅਤੇ ਸ਼ਬਦਾਂ ਨੂੰ ਜੋੜਨਾ ਵੀ ਸਿੱਖ ਜਾਂਦੇ। ਉਹਨਾਂ ਦੇ ਵਿੱਚ ਕੋਈ ਸਮੱਸਿਆ ਵੀ ਨਹੀਂ ਆਉਂਦੀ, ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਅਤੇ ਜੇ ਗੱਲ ਕਰੀਏ ਆਰੰਭਕ ਅਤੇ ਸ਼੍ਰੇਣੀ ਦੇ ਲਈ ਇਹ ਬਹੁਤ ਸਟਾਰਟਿੰਗ ਦੀ ਜਿਹੜੀਆਂ ਕਲਾਸਾਂ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਨੇ ਜੀ। ਅਤੇ ਇਸ ਵਿਧੀ ਜਿਹੜਾ ਬਹੁਤ ਘੱਟ ਅਵਸਥਾ ਦੇ ਵਿੱਚ ਹੀ ਪ੍ਰਗਟ ਹੋਣ ਲੱਗ ਜਾਂਦੀ। ਇਹ ਵਿਧੀ ਛੋਟੀ ਅਵਸਥਾ ਦੇ ਵਿੱਚ ਵੀ ਸਿਖਾਈ ਜਾ ਸਕਦੀ ਹੈ, ਇਹਦੇ ਵਿੱਚ ਉਮਰ ਦਾ ਤਕਾਜ਼ਾ ਨਹੀਂ ਰੱਖਿਆ ਜਾਂਦਾ। ਅਤੇ ਇਹਦੇ ਵਿੱਚ ਜੀ ਵਾਕ ਵਿਧੀ ਬਾਅਦ ਹੈ ਜੀ। ਵਾਕ ਵਿਧੀ ਕਿਹਨੂੰ ਕਹਿੰਦੇ? ਇਹ ਵਿਧੀ ਵੀ ਵਾਚਨ ਸਿਖਾਉਣ ਦੇ ਨਾਲ ਵੀ ਲਿਖਣਾ ਸਿਖਾਉਣ ਦੇ ਲਈ ਵੀ ਸਫਲਤਾਪੂਰਵਕ ਵਰਤੀ ਜਾ ਸਕਦੀ ਹੈ, ਅਤੇ
ਸ਼ਬਦ ਵਿਧੀ ਵਾਂਗ ਇਸ ਵਿਧੀ ਬੱਚਿਆਂ ਨੂੰ ਕੋਈ ਵੀ ਤਸਵੀਰ ਦਿਖਾਈ ਜਾਂਦੀ ਹੈ, ਜਿਵੇਂ ਕਿ ਕਿਸੇ ਤਸਵੀਰ ਦੇ ਵਿੱਚ ਕੋਈ ਵਿਅਕਤੀ ਕੰਮ ਕਰਦਾ ਰਿਹਾ ਦਿਖਾਇਆ ਜਾਂਦਾ ਹੈ ਅਤੇ ਬੱਚੇ ਪਹਿਲਾਂ ਉਸ ਵਾਕ ਬਣਾਉਂਦੇ ਆ, ਫਿਰ ਉਸ ਨੂੰ ਲਿਖਦੇ ਆ, ਫਿਰ ਉਸ ਤਰ੍ਹਾਂ ਦੇ ਲਿਖਣ ਦੇ ਵਿੱਚ ਕੰਮ ਸਿੱਖ ਜਾਂਦੇ। ਪਹਿਲਾਂ ਕੋਈ ਵਾਕ ਬਣਾਇਆ ਜਾਂਦਾ, ਫਿਰ ਉਸ ਤਰੀਕੇ ਨਾਲ ਬੋਲਦੇ ਆ, ਫਿਰ ਉਹਨੂੰ ਚੀਜ਼ ਨੂੰ ਲਿਖਦੇ ਆ। ਇਸ ਤਰੀਕੇ ਨਾਲ ਵਾਕ ਵਿਧੀ ਉਹ ਸਿੱਖ ਜਾਂਦੇ ਆ ਅਤੇ ਇਹ ਵਿਧੀ ਮਨੋਰੰਜਨ ਭਰਪੂਰ ਹੈ ਅਤੇ ਪਰ ਇਸ ਦੇ ਨਾਲ ਬੱਚੇ ਦੇ ਵੀ ਸ਼ਬਦ ਭੰਡਾਰ ਦੇ ਵਿੱਚ ਸੀਮਿਤ ਰਹਿ ਜਾਂਦਾ ਹੈ। ਮਨੋਰੰਜਨ ਭਰਪੂਰਤਾ ਹੈ ਪਰ ਸ਼ਬਦ ਭੰਡਾਰ ਸੀਮਿਤ ਰਹਿ ਜਾਂਦਾ ਹੈ ਕਿ ਇਹਨੂੰ ਬੱਚੇ ਨੂੰ ਉਸ ਗੱਲ ਦਾ ਹੀ ਪਤਾ ਹੋਊਗਾ ਜਿਹੜੀ ਉਸਨੇ ਸਿੱਖੀ ਸੀਗੀ, ਉਸ ਤੋਂ ਇਲਾਵਾ ਉਸਨੂੰ ਨਹੀਂ ਪਤਾ ਹੁੰਦਾ ਇਸ ਗੱਲ ਬਾਰੇ। ਹੁਣ ਗੱਲ ਕਰਾਂਗੇ ਜੀ ਪ੍ਰਸਤਾਪਨ ਵਿਧੀ ਕਿਹਨੂੰ ਕਹਿੰਦੇ ਜੀ? ਪ੍ਰਸਤਾਪਨ ਵਿਧੀ ਹੁੰਦੀ ਹੈ, ਇਹ ਵਿਧੀ ਵੱਡਿਆਂ ਬੱਚਿਆਂ ਲਈ ਹੁੰਦੀ ਹੈ ਅਤੇ ਇਸ ਦੇ ਵਿੱਚ ਬੱਚੇ ਦੀ ਜਾਣਕਾਰੀ ਵਿਚਲੇ ਹੀ ਸ਼ਬਦਾਂ ਦੇ ਨਵੇਂ ਹੀ ਸ਼ਬਦਾਂ ਬਣਾ ਕੇ ਦਿੱਤੇ ਜਾਂਦੇ ਅਤੇ ਇਹ ਬੱਚਿਆਂ ਦੇ ਵਿੱਚ ਸ਼ਬਦ ਲਿਖਣ ਦੀਆਂ ਵੀ ਵਿਧੀਆਂ ਹੁੰਦੀਆਂ ਅਤੇ ਇਸ ਦੇ ਸ਼ਬਦਾਂ ਦੀ ਵਰਤੋਂ ਵੀ ਅੱਖਰ ਅੱਗੇ ਪਿੱਛੇ ਕਰਕੇ ਵੀ ਨਵੇਂ ਸ਼ਬਦ ਬਣਾਏ ਜਾ ਸਕਦੇ। ਇਸ ਤਰ੍ਹਾਂ ਬੱਚਿਆਂ ਨੂੰ ਇੱਕ ਨਾ ਤੋਂ ਕਈ ਸ਼ਬਦ ਮਿਲ ਜਾਂਦੇ ਵੀ ਇਹ ਵੱਡੇ ਬੱਚਿਆਂ ਲਈ ਕੰਮ ਦੀ ਹੈ ਅਤੇ ਛੋਟੇ ਬੱਚਿਆਂ ਲਈ ਵੀ ਇੱਕੋ ਜਿਹੇ ਰਲਵੇਂ ਮਿਲਵੇਂ ਜਿਹੇ ਸ਼ਬਦ ਇਕੱਠੇ ਕਰਕੇ ਵੀ ਸਿਖਾਏ ਜਾ ਸਕਦੇ, ਜਿਵੇਂ ਕਸ ਅਤੇ ਸ਼ੱਕ, ਰੱਜ ਅਤੇ ਜਰ, ਇਹਨਾਂ ਦੇ ਬਾਰੇ ਗੱਲ ਕੀਤੀ, ਯਾਨੀ ਇੱਕੋ ਜਿਹੇ ਦੇਖਦੇ ਜਿਹੇ ਮਿਲਦੇ ਹੈਗੇ, ਉਹਨਾਂ ਦੇ ਵਿੱਚ ਇਹਦਾ ਕੰਮ ਕੀਤਾ ਜਾ ਸਕਦਾ ਹੈਗਾ ਬੱਚੇ ਨੂੰ ਸਿਖਾਉਣ ਦੇ ਵਿੱਚ। ਹੁਣ ਆਪਾਂ ਗੱਲ ਕਰਾਂਗੇ ਵੀ 10 ਅਤੇ ਸੱਦ ਇੱਦਾਂ ਦੇ ਹੈ। ਹੁਣ ਹੈ ਜੀ ਪੁਨਰੀਆ ਉੱਤੇ ਲਿਖਣਾ, ਇਹ ਹੈ ਜੀ ਲਿਖਣ ਦੇ ਵਿੱਚ ਵੀ ਤਖਤੀ ਉੱਤੇ ਲਿਆ ਜਾਂਦਾ ਅਤੇ ਉਸ ਤੋਂ ਬਾਅਦ ਪਹਿਲਾਂ ਅਧਿਆਪਕ ਉਸ ਚੀਜ਼ ਨੂੰ ਲਿਖ ਦਿੰਦਾ ਅਤੇ ਫਿਰ ਬੱਚਿਆਂ ਨੂੰ ਕਹਿੰਦਾ ਕਲਮ ਨਾਲ ਜਾਂ ਸ਼ਾਹੀ ਨਾਲ ਤੇ ਤੁਸੀਂ ਇਸ ਦੇ ਉੱਤੇ ਚਲਾਓ, ਮਤਲਬ ਉਹਦੀ ਜਿਹੜਾ ਉਹਦੇ ਉੱਤੇ ਉਹਨੂੰ ਇਹ ਅਨੁਕਰਨ ਵਿਧੀ ਦਾ ਹੀ ਇੱਕ ਰੂਪ ਹੈ, ਇੱਕ ਤਰੀਕੇ ਨਾਲ ਮੰਨ ਸਕਦੇ ਹੋ ਵੀ ਇਹਦੇ ਵਿੱਚ ਜਿਵੇਂ ਅਧਿਆਪਕ ਕਹਿੰਦਾ ਉਵੇਂ ਬੱਚਾ ਕਰਦਾ। ਅਧਿਆਪਕ ਪਹਿਲਾਂ ਲਿਖ ਕੇ ਦੇ ਦਿੰਦਾ ਤਖਤੀ 'ਤੇ ਅਤੇ ਬੱਚਾ ਉਵੇਂ ਹੀ ਕਰਦਾ ਰਹਿੰਦਾ, ਪਿੱਛੇ ਬਣਾਉਂਦਾ ਰਹਿੰਦਾ। ਤਾਂ ਇਹ ਜੀ ਪੁਨਰੀਆ ਵਿਧੀ ਲਿਖਣ ਦੇ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਜੀ। ਅਤੇ ਹੁਣ ਆਪਾਂ ਗੱਲ ਕਰਾਂਗੇ ਬੋਲਣ ਅਤੇ ਲਿਖਤ ਕਿਸ ਤਰੀਕੇ ਦੀ ਹੁੰਦੀ ਹੈ ਜੀ। ਲਿਖਤ ਵਿੱਚ ਪ੍ਰਵੀਣਤਾ 'ਤੇ ਲਿਆਉਣ ਦੇ ਲਈ ਵੀ ਬੋਲ ਲਿਖਤ ਵਿਧੀਆਂ ਦਾ ਸਾਧਨ ਵਿਧੀ ਹੈ। ਪ੍ਰਵੀਣਤਾ ਮਤਲਬ ਵਧੀਆ ਕੁਆਲਿਟੀ ਲਿਆਉਣ ਵਾਸਤੇ ਆਪਾਂ ਨੂੰ ਇਹ ਵਧੀਆ ਵਿਧੀ ਨੇ ਅਤੇ ਇਸ ਤੋਂ ਬਾਅਦ ਇਸ ਦੀ ਵਰਤੋਂ ਬੱਚਿਆਂ ਦੇ ਲਈ ਉਦੋਂ ਕਰਨੀ ਚਾਹੀਦੀ ਹੈ ਜਦੋਂ ਕਿ ਉਹ ਪੂਰੀ ਤਰ੍ਹਾਂ ਅੱਖਰਾਂ ਨੂੰ ਧੁਨੀਆਂ ਦੀ ਪਛਾਣ ਅਤੇ ਉਹਨਾਂ ਦੇ ਲਿਖਣ ਦੇ ਕਾਬਲ ਹੋ ਜਾਂਦਾ ਹੈਗਾ ਜੀ। ਜਿਹੜੀ ਚੀਜ਼ ਹੈਗੀ ਇਸ ਦੇ ਵਿੱਚ ਅਧਿਆਪਕ ਨੂੰ ਜਾਂ ਕੋਈ ਵੀ ਵਿਦਿਆਰਥੀ ਦੇ ਬੋਲਿਆ ਜਾਂਦਾ ਹੈ ਅਤੇ ਬਾਕੀ ਸਾਰੇ ਬੱਚੇ ਸੁਣਦੇ ਜਾਂਦੇ। ਅਧਿਆਪਕ ਬੋਲਦਾ ਹੈ, ਬੱਚੇ ਸੁਣਦੇ ਹੈ ਅਤੇ ਉਸ ਚੀਜ਼ ਨੂੰ ਸਿੱਖਦੇ ਨੇ। ਫਿਰ ਗੱਲ ਕੀਤੀ ਜਾਂਦੀ ਹੈ ਵੀ ਲਿਖਣ ਤੋਂ ਬਾਅਦ ਵੀ ਕਈ ਗਲਤੀਆਂ ਨੂੰ ਵੀ ਮਤਲਬ ਦੱਸਿਆ ਜਾਂਦਾ ਵੀ ਜਿਹੜੀਆਂ ਨੋਟ ਕਰ ਲਿੱਤੀਆਂ ਜਾਂਦੀਆਂ ਅਤੇ ਬਾਅਦ 'ਚ ਸਹੀ ਟਾਈਮ ਦੇ ਕੇ ਉਹਨਾਂ ਦੇ ਬਾਰੇ ਦੱਸ ਦਿੱਤਾ ਜਾਂਦਾ ਹੈਗਾ। ਇਹ ਚੀਜ਼ਾਂ ਬੋਲਣ ਦੇ ਵਿੱਚ ਵੀ ਸ਼ਾਮਲ ਹੁੰਦੀਆਂ ਵੀ ਜਿਹੜਾ ਤੁਸੀਂ ਉਚਾਰਨ ਕੀਤਾ ਉਹ ਸਹੀ ਕੀਤਾ ਜਾਂ ਨਹੀਂ ਕੀਤਾ। ਇਸ ਤਰ੍ਹਾਂ ਉਪਰੋਕਤ ਵਿਧੀਆਂ ਦੇ ਵਿੱਚ ਸਮੇਂ ਅਤੇ ਅਵਸਥਾ ਦੇ ਮੁਤਾਬਕ ਮਿਸ਼ਰਿਤ ਦੀ ਵਰਤੋਂ ਕੀਤੀ ਜਾਂਦੀ ਹੈ ਵੀ ਸਾਰੇ ਮਿਸ਼ਰਿਤ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕੌਸ਼ਲ ਦੇ ਵਿਕਾਸ ਦੇ ਵਿੱਚ ਵਧੇਰੇ ਵੰਨਗੀ ਬਣਾਈ ਜਾਂਦੀ ਹੈ ਅਤੇ ਇਸ ਦੇ ਵਿੱਚ ਅਧਿਆਪਕ ਨੂੰ ਸਾਰੀਆਂ ਹੀ ਵਿਧੀਆਂ ਤੋਂ ਉਹਨਾਂ ਦੇ ਭਾਰਤ ਦੇ ਉਹਨਾਂ ਨੂੰ ਵਰਤ ਕੇ ਭਰਪੂਰ ਸੋਚੀ ਹੋਣੀ ਚਾਹੀਦੀ ਹੈ ਅਤੇ ਗੱਲ ਦੇ ਮਾਧਿਅਮ ਦੇ ਵਿੱਚ ਬੱਚਿਆਂ ਨੂੰ ਬੋਲ ਅਤੇ ਲਿਖਤ ਦੇ ਵਿੱਚ ਚੰਗੀ ਤਰ੍ਹਾਂ ਸਿੱਖ ਲੈਂਦਾ ਹੈ। ਚਿੱਠੀ ਪੱਤਰ ਰਚਨਾ ਰੇਤ ਰਚਨਾ ਦੇ ਅਭਿਆਸ ਕਰਵਾਇਆ ਜਾਂਦਾ ਹੈ ਵੀ ਜਦੋਂ ਉਹਨਾਂ ਨੂੰ ਚਿੱਠੀ ਪੱਤਰ ਲਿਖਣਾ ਆ ਜਾਂਦਾ ਸਮਝ ਲਓ ਉਹ ਲਿਖ ਸਕਦੇ ਨੇ, ਕਰ ਸਕਦੇ ਨੇ। ਹੁਣ ਗੱਲ ਕਰਾਂਗੇ ਵੀ ਇਸ ਦੇ ਬਾਰੇ। ਇਸ ਦੇ ਨਾਲ ਸੁਲੇਖ ਸਿਖਾਇਆ ਜਾਂਦਾ ਹੈ ਜੋ ਲਿਖਤੀ ਰੂਪ ਦੇ ਵਿੱਚ ਸਿਖਾਈ ਕੰਮ ਕਰਦਾ ਹੈ ਜੀ। ਸੁਲੇਖ ਵੀ ਸਿਖਾਇਆ ਜਾਂਦਾ ਜਿਹਦੇ ਨਾਲ ਚੰਗੀਆਂ ਗੱਲਾਂ ਲਿਖੀਆਂ ਜਾਂਦੀਆਂ, ਉਹਦੇ ਨਾਲ ਰਾਈਟਿੰਗ ਵੀ ਸੁਧਰਦੀ ਹੈ ਅਤੇ ਚੰਗੀਆਂ ਗੱਲਾਂ ਵੀ ਬੱਚਾ ਸਿੱਖਦਾ ਨਾ। ਲਿਖਤੀ ਪ੍ਰਗਟਾਵਾਂ ਵਿੱਚ ਵੀ ਕੁਸ਼ਲ ਬਣਾ ਦਿੰਦਾ ਹੈ। ਤਾਂ ਇਹ ਜਿਹੜੇ ਆਪਦੇ ਲਿਖਣ ਦੀ ਕੌਸ਼ਲ ਦੇ ਵਿੱਚ ਵੀ ਕੁਸ਼ਲ ਬਣਾ ਦਿੰਦਾ ਵੀ ਤੁਸੀਂ ਕਿੰਨਾ ਹੀ ਲਿਖ ਸਕਦੇ ਨੇ, ਉਹ 'ਤੇ ਡਿਪੈਂਡ ਕਰਦਾ ਹੈ। ਤਾਂ ਦੋਸਤੋ ਇਹ ਸੀਗੀਆਂ ਜੀ ਲਿਖਣਾ ਅਤੇ ਬੋਲਣਾ ਵਿਧੀ, ਸੁਣਨਾ, ਜਿੰਨੀਆਂ ਵਿਧੀਆਂ ਹੋ ਗਈਆਂ। ਅੱਜ ਆਪਣਾ ਰੀਡ ਦਾ ਸਿਲੇਬਸ ਪੂਰਾ ਹੁੰਦਾ ਹੈਗਾ। ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਅਤੇ ਹਾਂ, ਇਹ ਤੋਂ ਪਹਿਲਾਂ ਦੱਸਦੇ ਜੀ ਹੁਣ ਜਿਹੜੀਆਂ ਆਪਣੀਆਂ ਵੀਡੀਓ ਆਉਣਗੀਆਂ ਇੰਡੀਅਨ ਪੋਲੀਟੀਕਲ ਆਊਗੀ, ਯਾਨੀ ਇੰਡੀਅਨ ਜਿਹੜੀ ਆਪਣੀ ਕੌਂਸਟੀਟਿਊਸ਼ਨ ਤੋਂ ਸੰਬੰਧਿਤ ਵੀਡੀਓਜ਼ ਆਉਣਗੀਆਂ, ਤੁਸੀਂ ਉਹ ਜ਼ਰੂਰ ਦੇਖਿਓ। ਚੈਨਲ ਜ਼ਰੂਰ ਲਾਈਕ ਕਰਿਓ, ਜ਼ਰੂਰ ਸਬਸਕ੍ਰਾਈਬ ਕਰਿਓ। ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਜੈ ਹਿੰਦ, ਜੈ ਭਾਰਤ।